ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਧੰਨ ਧੰਨ ਜਗਤ ਗੁਰੂ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਿਸ਼ਵ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ। ਅਸੀਂ ਸਭ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀਏ, ਸ਼ਬਦ ਦੇ ਨਾਲ ਜੁੜੀਏ ਸਾਧ ਸੰਗਤ ਜੀ। ਤੇ ਜੋ ਮਿਸ਼ਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ, ਜਿਸ ਮਕਸਦ ਲਈ, ਜਿਸ ਉਦੇਸ਼ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ, ਇਸ ਧਰਤੀ ਤੇ ਆਏ। ਤੇ ਸਾਧ ਸੰਗਤ ਜੀ, ਆਪਾਂ ਸਭ ਮਿਲ ਕੇ ਕੋਸ਼ਿਸ਼ ਕਰੀਏ ਕਿ ਉਹ ਬੇਗਮਪੁਰਾ ਜਿਸ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰਦੇ ਨੇ, ਉਸ ਬੇਗਮਪੁਰਾ ਨੂੰ ਵਸਾਉਣ ਵਾਸਤੇ ਅਸੀਂ ਵੀ ਸੰਘਰਸ਼ ਕਰੀਏ। ਤੇ ਸਾਧ ਸੰਗਤ ਜੀ, ਜਦੋਂ ਵੀ ਅਸੀਂ ਕਿਸੇ ਗੁਰੂ ਦਾ, ਕਿਸੇ ਮਹਾਨ ਪੁਰਸ਼ ਦਾ ਅਸੀਂ ਜਨਮ ਦਿਵਸ ਮਨਾਉਂਦੇ ਹਾਂ, ਉਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਜਨਮ ਦਿਵਸ ਦੇ ਉੱਪਰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਅਸੀਂ ਨਮਸਕਾਰਾ ਕਰੀਏ, ਉਹਨਾਂ ਨੂੰ ਯਾਦ ਕਰੀਏ। ਤੇ ਉਹਨਾਂ ਦੀ ਜੋ ਵਿਚਾਰਧਾਰਾ ਹੈ ਸਾਧ ਸੰਗਤ ਜੀ, ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਲਿਖੀ ਹੋਈ, ਉਸ ਤੇ ਆਪਾਂ ਗੌਰ ਕਰੀਏ, ਵਿਚਾਰ ਕਰੀਏ ਸਾਧ ਸੰਗਤ ਜੀ। ਤੇ ਗੁਰਬਾਣੀ ਇਕੱਲੀ ਪੜ੍ਹਨੀ ਨਹੀਂ ਹੈ, ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਹੈ ਤੇ ਅਰਥਾਂ ਨੂੰ ਸਮਝ ਕੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਤਾਂ ਸਾਧ ਸੰਗਤ ਜੀ, ਉਹ ਬਾਣੀ ਨਹੀਂ ਹੈ, ਉਹ ਖੁਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ। ਜਦੋਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸੁਣਦੇ ਹਾਂ, ਅਸੀਂ ਕੱਲੀ ਬਾਣੀ ਨਹੀਂ ਜੇ ਸੁਣ ਰਹੇ, ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸੁਣ ਰਹੇ ਹਾਂ। ਤੇ ਸਾਧ ਸੰਗਤ, ਜੇਕਰ ਕਿਸੇ ਵੀ ਜੀਵ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨੇ ਹੋਣ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਝਣਾ ਹੋਵੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਹੋਵੇ, ਤਾਂ ਸਾਧ ਸੰਗਤ ਜੀ, ਉਹ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹ ਸਕਦਾ ਹੈ। ਤੇ ਆਓ, ਅੱਜ ਪੂਰੇ ਵਿਸ਼ਵ ਦੇ ਵਿੱਚ ਸਤਿਗੁਰਾਂ ਦਾ ਜੋ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਆ, ਉਹ ਮਨਾਇਆ ਜਾ ਰਿਹਾ ਹੈ। ਪਰ ਸਾਧ ਸੰਗਤ ਜੀ, ਜਦੋਂ ਤੱਕ ਅਸੀਂ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਨਹੀਂ ਚੱਲਦੇ, ਜਦੋਂ ਤੱਕ ਅਸੀਂ ਜਿਸ ਵਿਚਾਰਧਾਰਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰਦੇ ਨੇ, ਜਦ ਤੱਕ ਅਸੀਂ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਚੋਂ ਨਹੀਂ ਜੇ ਨਿਕਲਦੇ, ਤੇ ਜਦੋਂ ਤੱਕ ਅਸੀਂ ਸਤਿਗੁਰਾਂ ਦੇ ਨਕਸ਼ੇ ਕਦਮ ਤੇ ਨਹੀਂ ਜੇ ਚੱਲਦੇ ਸਾਧ ਸੰਗਤ ਜੀ, ਉਦੋਂ ਤੱਕ ਇਹ ਜੋ ਬੇਗਮਪੁਰਾ ਨਹੀਂ ਜੇ ਵਸਣਾ। ਸੋ ਆਓ, ਅੱਜ ਪਾਵਨ ਪਵਿੱਤਰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਹੈ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕਿਹੜੇ ਕਿਹੜੇ ਉਪਦੇਸ਼ ਦੇ ਕੇ ਗਏ ਨੇ, ਅਸੀਂ ਕਿਵੇਂ ਜੀਵਨ ਨੂੰ ਸਫਲ ਕਰਨਾ ਹੈ, ਅਸੀਂ ਕੀ ਕਰਨ ਆਏ ਹਾਂ ਤੇ ਕਰਨਾ ਕੀ ਹੈ, ਤੇ ਕਰ ਕੀ ਰਹੇ ਹਾਂ ਸਾਧ ਸੰਗਤ ਜੀ, ਕਿਵੇਂ ਅਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਤਾਂ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਧੰਨ ਧੰਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਆਓ ਸਾਧ ਸੰਗਤ ਜੀ, ਰਲ ਮਿਲ ਕੇ ਸ਼ੁਰੂ ਕਰਦੇ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਸ ਪਰਮਾਤਮਾ ਦੀ ਗੱਲ ਕਰਦੇ ਨੇ, ਕਿਸ ਬੇਗਮਪੁਰਾ ਦੀ ਗੱਲ ਕਰਦੇ ਨੇ, ਤੇ ਕੀ ਵਿਚਾਰਧਾਰਾ ਹੈ। ਸਭ ਤੋਂ ਪਹਿਲਾਂ ਸਾਧ ਸੰਗਤ ਜੀ, ਇਹ ਜੋ ਸਾਰੀ ਦੁਨੀਆ ਹੈ, ਉਸ ਪਰਮ ਪਿਤਾ ਪਰਮਾਤਮਾ ਦੀ ਖੋਜ ਦੇ ਵਿੱਚ ਹੈ। ਹਰ ਇਨਸਾਨ ਪਰਮਾਤਮਾ ਦੀ ਖੋਜ ਕਰਨਾ ਚਾਹੁੰਦਾ ਹੈ, ਹਰ ਕਿਸੇ ਨੂੰ ਰਾਮ ਚਾਹੀਦਾ ਹੈ। ਤਰੀਕੇ ਸਾਧ ਸੰਗਤ ਜੀ ਸਭ ਦੇ ਅਲੱਗ-ਅਲੱਗ ਨੇ, ਕੋਈ ਜੋਤ ਜਗਾ ਕੇ, ਕੋਈ ਤਪ ਕਰਕੇ, ਕੋਈ ਵਰਤ ਰੱਖ ਕੇ, ਕੋਈ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਤਪ ਕਰਦਾ ਆ। ਸਤਿਗੁਰੂ ਜੀ ਫਰਮਾਉਂਦੇ, ਭਾਈ ਉਹ ਪਰਮ ਪਿਤਾ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ। ਸਾਧ ਸੰਗਤ ਜੀ, ਪਹਿਲੀ ਗੱਲ ਜੋ ਸਾਨੂੰ ਸਤਿਗੁਰਾਂ ਨੇ ਸਮਝਾਈ ਹੈ, ਉਹ ਇਹੀ ਹੈ ਕਿ ਸਾਧ ਸੰਗਤ ਜੀ, ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ ਹੈ। ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਹੈ। ਸਭ ਕੁਛ ਕਰਮੈ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਈ।
जय कारण तट तीर्थ जाई रतन पदार्थ कट ही माई। काबे और कैलाश में जे को ढूंढन जाए, रविदास प्यारा राम तो बैठ रहा मन माई। कि भाई जिस परमात्मा नूं तू तीर्थ स्थानां ते लभदा फिरदा है, साध संगत जी सतगुरां दा अज सानूं पहला उपदेश है कि वह परमात्मा किते होर नहीं है, साडे अंदर ही बैठा है। अप तन का जो करे विचार, तिस नहीं जम कंकर करे ख्वार। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਪਹਿਲੀ ਜੋ ਵਿਚਾਰਧਾਰਾ ਦਿੱਤੀ ਹੈ, ਪਹਿਲਾ ਜੋ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ ਜਦੋਂ ਸਤਿਗੁਰਾਂ ਦਾ ਆਗਮਨ ਹੋਇਆ ਇਸ ਸੰਸਾਰ ਦੇ ਵਿੱਚ, ਉਸ ਸਮੇਂ ਜਾਤ ਦਾ ਬੋਲਬਾਲਾ ਸੀ। ਇੱਕ ਵਰਗ ਆਪਣੇ ਆਪ ਨੂੰ ਉੱਚਾ ਸਮਝਦਾ ਸੀ ਤੇ ਬਾਕੀ ਸਾਰਿਆਂ ਨੂੰ ਨੀਵਾਂ ਸਮਝਦਾ ਸੀ। ਪਰ ਸਤਿਗੁਰਾਂ ਨੇ ਆ ਕੇ ਸਾਧ ਸੰਗਤ ਜੀ ਸੱਚ ਦਾ ਵਿਗਲ ਵਜਾਇਆ, ਕ੍ਰਾਂਤੀਕਾਰੀ ਵਿਗਲ। ਤੇ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਕੋਈ ਜਾਤਾਂ ਪਾਤਾਂ ਨਾਲ ਵੱਡਾ ਛੋਟਾ ਨਹੀਂ ਜੇ ਹੁੰਦਾ। ਇਹ ਨਹੀਂ ਹੈ ਕਿ ਵੱਡੀ ਜਾਤ ਵਾਲਾ ਪ੍ਰਮਾਤਮਾ ਦੀ ਪੂਜਾ ਕਰ ਸਕਦਾ ਹੈ ਤੇ ਜਿਸ ਨੂੰ ਸੰਸਾਰ ਨੇ ਛੋਟਾ ਬਣਾ ਦਿੱਤਾ ਉਹ ਨਹੀਂ ਕਰ ਸਕਦਾ। ਤੇ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ, ਭਾਈ ਹਰ ਇਨਸਾਨ ਪ੍ਰਮਾਤਮਾ ਦਾ ਰੂਪ ਹੈ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਨੋ ਜਿਨ ਜਾਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। कि साध संगत जी ऐसा कोई भी इंसान नहीं है जिस दे अंदर परमात्मा ना बैठा हो। पर मिलेगा किवें साध संगत जी, ये भी सतगुरु जी दसदे ने। तो पहली जो विचार करने वाली गल यह है कि भाई जो सतगुरां दा पहला उपदेश अज सानू है वो यही है कि साध संगत जी असीं अपने अंदरों खोज करनी है, असीं अपने अंदरों सच दी कमाई करनी है। साध संगत जी ਉਹ ਪਰਮ ਪਿਤਾ ਪ੍ਰਮਾਤਮਾ ਦੀ ਭਾਲ ਕਿਤੇ ਹੋਰ ਨਹੀਂ, ਸਾਡੇ ਅੰਦਰੋਂ ਹੀ ਕਰਨੀ ਹੈ। ਤੇ ਅਸੀਂ ਹਰ ਰੋਜ਼ ਸ਼ਲੋਕ ਪੜ੍ਹਦੇ ਹਾਂ ਨਾ ਸਾਧ ਸੰਗਤ ਜੀ, ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤਪਾਕ ਹੈ ਰਵਿਦਾਸ। ਇਹ ਅਸੀਂ ਹਰ ਰੋਜ਼ ਸ਼ਲੋਕ ਪੜ੍ਹਦੇ ਹਾਂ ਤੇ ਇਹਦੇ ਵੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਜੋ ਲੋਕ ਉਸ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ, ਉਹ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ ਆ, ਉਸ ਨੂੰ ਛੱਡ ਕੇ ਸਾਧ ਸੰਗਤ ਜੀ ਜਦੋਂ ਇਹ ਜੋ ਇਨਸਾਨ ਹੈ ਇੱਧਰ ਉੱਧਰ ਭਟਕਦਾ ਆ, ਕਦੇ ਸੋਮਵਾਰ ਕਿਸੇ ਹੋਰ ਦਰ ਤੇ, ਮੰਗਲਵਾਰ ਕਿਸੇ ਹੋਰ ਦਰ ਤੇ, ਸਾਧ ਸੰਗਤ ਜੀ ਇਹ ਦਰ ਹੀ ਬਦਲਦਾ ਰਹਿੰਦਾ ਹੈ। ਤੇ ਸਤਿਗੁਰ ਜੀ ਫਰਮਾਉਂਦੇ ਨੇ, ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤਪਾਕ ਹੈ ਰਵਿਦਾਸ। ਕਿ ਭਾਈ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਇੱਧਰ ਉੱਧਰ ਭਟਕਦੇ ਆ ਨਾ ਸਾਧ ਸੰਗਤ ਜੀ, ਐਸੇ ਜੋ ਲੋਕ ਨੇ ਉਹ ਨਰਕਾਂ ਦੇ ਭਾਗੀ ਬਣਦੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤਪਾਕ ਹੈ ਰਵਿਦਾਸ। ਸੋ ਭਾਈ ਜਿਵੇਂ ਸਤਿਗੁਰੂ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਸਾਧ ਸੰਗਤ ਜੀ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਉਹ ਪ੍ਰਮਾਤਮਾ ਸਾਡੇ ਅੰਦਰ ਵੀ ਬੈਠਾ ਹੈ। ਪਰ ਮਿਲੇਗਾ ਕਿਵੇਂ? ਜੋ ਖੋਜ ਕਰਦਾ ਹੈ, ਜੋ ਗੁਰੂ ਵਾਲਾ ਹੈ, ਗੁਰੂਆਂ ਤੋਂ ਗੁਰਮੰਤਰ ਲੈ ਕੇ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾ ਕੇ, ਸਾਧ ਸੰਗਤ ਜੀ ਜੋ ਸੋਹੰਗ ਸਤਨਾਮ ਦਾ ਜਾਪ ਕਰਦੇ ਆਪਣੇ ਅੰਦਰ ਦੀ ਖੋਜ ਕਰਦਾ ਆ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਸਾਧ ਸੰਗਤ ਜੀ ਜਿਵੇਂ ਸਤਿਗੁਰਾਂ ਨੇ ਪਾਵਨ ਪਵਿੱਤਰ ਆਰਤੀ 'ਚ ਸਾਨੂੰ ਸਮਝਾਇਆ ਹੈ ਨਾ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਆ ਬਹੁਤੇ ਮੇਰੇ ਭੈਣ ਭਰਾ ਬਜ਼ੁਰਗ ਮਾਤਾਵਾਂ ਇਹੀ ਸੋਚਦੇ ਨੇ ਸਾਧ ਸੰਗਤ ਜੀ ਕਿ ਸਤਿਗੁਰਾਂ ਨੇ ਸਾਨੂੰ ਜੋਤ ਜਗਾਉਣ ਦੀ ਗੱਲ ਕੀਤੀ ਹੈ। ਨਹੀਂ ਸਾਧ ਸੰਗਤ ਜੀ, ਸਤਿਗੁਰ ਜੀ ਦੁਨਿਆਵੀ ਜੋਤਾਂ ਦੀ ਗੱਲ ਨਹੀਂ ਜੇ ਕਰਦੇ, ਸਤਿਗੁਰਾਂ ਨੇ ਗਿਆਨ ਦੀ ਜੋਤ ਦੀ ਗੱਲ ਕੀਤੀ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਕਿ ਸਾਧ ਸੰਗਤ ਜੀ ਜਿਸ ਦੇ ਅੰਦਰ ਗਿਆਨ ਦੀ ਜੋਤ ਜਗ ਜਾਂਦੀ ਹੈ, ਸਾਧ ਸੰਗਤ ਜੀ ਜਿਸ ਦੇ ਅੰਦਰ ਗੁਰੂ ਦੇ ਗਿਆਨ ਦੀ, ਉਸ ਪ੍ਰਮਾਤਮਾ ਦੇ ਗਿਆਨ ਦੀ ਜੋਤ ਜਗ ਜਾਂਦੀ ਹੈ, ਨਾਮ ਸ਼ਬਦ ਦੀ ਜੋਤ ਜਗ ਜਾਂਦੀ ਹੈ, ਉਸ ਨੂੰ ਫਿਰ ਦੁਨਿਆਵੀ ਜੋਤਾਂ ਜਗਾਉਣ ਦੀ ਲੋੜ ਨਹੀਂ ਕਿ ਪੈਂਦੀ। ਕਿਉਂਕਿ ਉਸਦੇ ਜਨਮਾਂ ਜਨਮਾਂਤਰਾਂ ਦਾ ਜੋ ਮਨ 'ਚ ਹਨੇਰਾ ਆ ਨਾ, ਉਹ ਦੂਰ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਸੋ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਤੇ ਅੱਜ ਸਤਿਗੁਰਾਂ ਦਾ ਸਾਨੂੰ ਪਹਿਲਾ ਉਪਦੇਸ਼ ਜੋ ਹੈ, ਸਾਧ ਸੰਗਤ ਜੀ ਆਪਣੇ ਅੰਦਰੋਂ ਖੋਜ ਕਰੋ। ਉਹ ਪਰਮ ਪਿਤਾ ਪ੍ਰਮਾਤਮਾ ਕਿਤੇ ਦੂਰ ਨਹੀਂ ਜੇ ਬੈਠਾ। ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜ ਹੋਏ ਸੋ ਹੋਏ। ਕਿ ਭਾਈ ਉਹ ਤੇਰੇ ਅੰਦਰ ਹੀ ਬੈਠਾ ਆ। ਇਹ ਸਾਧ ਸੰਗਤ ਜੀ ਸਤਿਗੁਰਾਂ ਦਾ ਪਹਿਲਾ ਉਪਦੇਸ਼ ਹੈ ਕਿ ਭਾਈ ਪ੍ਰਮਾਤਮਾ ਸਾਡੇ ਅੰਦਰ ਹੀ ਬੈਠਾ, ਕਿਤੇ ਬਾਹਰ ਨਹੀਂ ਹੈ।
ਪਰ ਮਿਲੇਗਾ ਕਿਵੇਂ ਸਾਧ ਸੰਗਤ ਜੀ? ਸਤਿਗੁਰੂ ਜੀ ਉਹ ਵੀ ਰਸਤਾ ਦੱਸਦੇ ਨੇ। ਜੀ ਬਾਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਸਾਧ ਸੰਗਤ ਜੀ ਬੜੇ ਕਰਮਾਂ ਵਾਲੇ ਹੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਨਹੀਂ ਉਲਝਾਇਆ। ਬੜੇ ਕਰਮਾਂ ਵਾਲੇ ਹੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਿੱਧਾ ਸਾਦਾ ਰਸਤਾ ਦਿਖਾਇਆ ਹੈ। ਤੇ ਰਸਤਾ ਕੀ ਹੈ ਕਿ ਭਾਈ ਹੱਥਾਂ ਨਾਲ ਕਿਰਤ ਕਰੋ। ਸਾਧ ਸੰਗਤ ਜੀ ਹੱਥਾਂ ਨਾਲ ਅਸੀਂ ਇਮਾਨਦਾਰੀ ਦੀ ਰੋਟੀ ਕਮਾਣੀ ਹੈ। ਜੀਵਾਂ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਨਾ ਆ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ। ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪੂਜਾ। ਸਾਧ ਸੰਗਤ ਜੀ ਜਿੰਨੇ ਵੀ ਵਹਿਮ ਭਰਮ ਅਡੰਬਰ ਪਖੰਡ ਛੱਡਨੇ ਨੇ ਸਾਧ ਸੰਗਤ ਜੀ, ਸਭ ਛੱਡ ਕੇ ਫੇਰ ਹੀ ਅਸੀਂ ਸੱਚ ਦੀ ਕਮਾਈ ਕਰ ਸਕਦੇ ਹਾਂ। ਤੇ ਕਰਨਾ ਕੀ ਹੈ? ਸਤਿਗੁਰੂ ਜੀ ਫਰਮਾਉਂਦੇ ਭਾਈ ਇਮਾਨਦਾਰ ਬਣ, ਇਮਾਨਦਾਰੀ ਦੀ ਰੋਟੀ ਕਮਾ ਤੇ ਜੀਵਾਂ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹਿ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਧ ਸੰਗਤ, ਸਰੀਰ ਦੇ ਵਿੱਚ ਹੀ ਸਾਨੂੰ ਪਰਮਾਤਮਾ ਮਿਲ ਜਾਣਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉਸ ਪਰਮਾਤਮਾ ਦਾ ਸੋਹੰਗ ਸਤਨਾਮ ਦਾ ਜੋ ਸ਼ਬਦ ਹੈ ਸਾਧ ਸੰਗਤ ਜੀ, ਪਰਮਾਤਮਾ ਦਾ ਸਿਮਰਨ ਸਭ ਤੋਂ ਵੱਡਾ, ਉਸ ਤੋਂ ਉੱਪਰ ਕੁਝ ਹੈ ਹੀ ਨਹੀਂ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ। ਕਿ ਸਾਧ ਸੰਗਤ ਜੀ ਸਿਮਰਨ ਤੋਂ ਬਗੈਰ ਅਸੀਂ ਜੋ ਕੁਝ ਵੀ ਕਰਦੇ ਆ ਨਾ, ਉਹ ਸਭ ਪਰਮ ਹੈ। ਸੋ ਸਾਧ ਸੰਗਤ ਜੀ ਸਤਿਗੁਰਾਂ ਦਾ ਸਾਨੂੰ ਦੂਸਰਾ ਉਪਦੇਸ਼ ਹੈ। ਪਹਿਲਾ ਉਪਦੇਸ਼ ਇਹ ਸੀ ਕਿ ਵੀ ਪ੍ਰਮਾਤਮਾ ਤੇਰੇ ਅੰਦਰ ਹੈ, ਤੇ ਦੂਸਰਾ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਮਿਲੇਗਾ ਕਿਵੇਂ, ਕਿ ਭਾਈ ਗੁਰੂ ਵਾਲੇ ਬਣੋ, ਗੁਰੂਆਂ ਤੋਂ ਗੁਰਮੰਤਰ ਲਓ। ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਰਸਤਾ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਤੇ ਸਾਧ ਸੰਗਤ ਜੀ ਬਿਨਾਂ ਗੁਰੂ ਤੋਂ ਸਾਡੇ ਮਨ ਦੇ ਵਿੱਚ ਜੋ ਹਨੇਰਾ ਉਹ ਦੂਰ ਨਹੀਂ ਜੀ ਹੋਣਾ। ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਕਿ ਸਾਧ ਸੰਗਤ ਜੀ ਬਿਨਾਂ ਗੁਰੂ ਦੀ ਸਿੱਖਿਆ ਦੇ, ਹੁਣ ਜਿਵੇਂ ਸੰਸਾਰ ਦੇ ਸਾਡੇ ਬੱਚੇ ਜਦੋਂ ਸਕੂਲ ਕਾਲਜ ਜਾਂਦੇ ਨੇ ਸਾਧ ਸੰਗਤ ਜੀ ਕਿੰਨਾ ਗਿਆਨ ਲੈਂਦੇ ਨੇ, ਵੱਡੇ ਵੱਡੇ ਅਹੁਦਿਆਂ ਤੇ ਜਾਂਦੇ ਨੇ। ਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ। ਬਾਬਾ ਸਾਹਿਬ ਦਾ ਵੀ ਪਹਿਲਾ ਉਪਦੇਸ਼ ਹੀ ਪੜੋ। ਤਾਂ ਸਾਧ ਸੰਗਤ ਜੀ ਜਦੋਂ ਤੱਕ ਸਾਡੇ ਮਨ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਜੀ ਆਂਦਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਐਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਸਾਧ ਸੰਗਤ ਜੀ ਅਨੇਕਾਂ ਚੰਦ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ ਸਾਧ ਸੰਗਤ ਜੀ, ਇੰਨਾ ਸਾਰਾ ਚਾਨਣ ਹੋਵੇ, ਪਰ ਜੇਕਰ ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਹੈ ਨਾ, ਤਾਂ ਸਾਡੇ ਮਨ ਦਾ ਜੋ ਹਨੇਰਾ ਆ, ਅਗਿਆਨਤਾ ਦਾ ਹਨੇਰਾ, ਇਹ ਕਦੇ ਜਾ ਨਹੀਂ ਜੇ ਸਕਦਾ। ਇਹ ਐਸੇ ਤਰ੍ਹਾਂ ਹੀ ਰਹੇਗਾ। ਤੇ ਇਸੇ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਨੇਕਾਂ ਚੰਨ ਸੂਰਜ ਉੱਗ ਜਾਣ ਨਾ, ਤਾਂ ਵੀ ਮਨ ਦਾ ਹਨੇਰਾ ਖਤਮ ਨਹੀਂ ਜੇ ਹੁੰਦਾ। ਐਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਭਾਈ ਗੁਰੂ ਦੇ ਗਿਆਨ ਤੋਂ ਬਿਨਾ ਜੋ ਸਾਡੇ ਮਨ ਦਾ ਹਨੇਰਾ ਆ, ਉਹ ਦੂਰ ਨਹੀਂ ਜੇ ਹੋਣਾ। ਤੇ ਸਾਧ ਸੰਗਤ ਜੀ ਆਪਾਂ ਤਾਂ ਕਰਮਾਂ ਵਾਲੇ ਆ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਇਹ ਸਤਿਗੁਰਾਂ ਦਾ ਦੂਸਰਾ ਉਪਦੇਸ਼ ਹੈ ਸਾਧ ਸੰਗਤ ਜੀ। ਪਹਿਲਾ ਉਪਦੇਸ਼ ਬਾਰ-ਬਾਰ ਬੇਨਤੀ ਕਿ ਭਾਈ ਸਤਿਗੁਰਾਂ ਨੇ ਸਮਝਾਇਆ ਪ੍ਰਮਾਤਮਾ ਤੇਰੇ ਅੰਦਰ ਹੀ ਹੈ। ਤੇ ਮਿਲੇਗਾ ਕਿਵੇਂ ਸਾਧ ਸੰਗਤ ਜੀ? ਭਾਈ ਗੁਰੂ ਵਾਲੇ ਬਣੋ, ਗੁਰੂਆਂ ਤੋਂ ਗੁਰਮੰਤਰ ਲਓ ਸਾਧ ਸੰਗਤ ਜੀ, ਉਸ ਸ਼ਬਦ ਦੀ ਕਮਾਈ ਕਰੋ। ਨਾਲੇ ਸਾਨੂੰ ਸਤਿਗੁਰਾਂ ਨੇ ਕੋਈ ਵੇਲੇ ਬੈਠ ਕੇ ਨਾਮ ਜਪਣ ਦਾ ਉਪਦੇਸ਼ ਨਹੀਂ ਜੇ ਦਿੱਤਾ। ਸਤਿਗੁਰੂ ਜੀ ਤਾਂ ਫਰਮਾਉਂਦੇ ਨੇ ਭਾਈ ਕੋਈ ਵੀ ਕੰਮਕਾਰ ਕਰਦੇ ਹੋ, ਜਿਵੇਂ ਮੇਰੀਆਂ ਭੈਣਾਂ ਮਾਤਾਵਾਂ ਕੰਮਕਾਰ ਕਰਦੀਆਂ ਨੇ ਸਾਧ ਸੰਗਤ ਜੀ, ਚਾਹੇ ਘਰ ਦਾ ਕੋਈ ਵੀ ਕੰਮ ਕਰਦੀਆਂ ਨੇ, ਚਾਹੇ ਜੋ ਮੇਰੇ ਵੀਰ ਬਜ਼ੁਰਗ ਨੇ, ਬੱਚੀਆਂ ਨੇ, ਭੈਣਾਂ ਨੇ, ਸਾਧ ਸੰਗਤ ਜੀ ਕੋਈ ਨੌਕਰੀ ਕਰਦਾ ਆ, ਕੋਈ ਬਿਜ਼ਨਸ ਕਰਦਾ ਹੈ, ਚਾਹੇ ਕੋਈ ਦਿਹਾੜੀ ਮਜ਼ਦੂਰੀ ਹੀ ਕਿਉਂ ਨਾ ਕਰਦਾ ਹੋਵੇ, ਕਿਸੇ ਵੀ ਪ੍ਰਕਾਰ ਦਾ ਅਸੀਂ ਜੋ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਮਾਨਦਾਰੀ ਨਾਲ ਕਰੀਏ। ਦੂਸਰਾ ਸਾਧ ਸੰਗਤ ਜੀ ਕੰਮ ਕਰਦੇ ਕਰਦੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ। ਬਸ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪੂਜਾ ਹੈ ਸਾਧ ਸੰਗਤ, ਇਹੀ ਉਹਨਾਂ ਦੀ ਅਸਲੀ ਪੂਜਾ ਹੈ। ਮਨ ਹੀ ਪੂਜਾ ਮਨ ਹੀ ਤੂੰ, ਮਨ ਹੀ ਸਿਉ ਸਹਿ ਸਰੂਪ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ। ਕਿ ਸਾਧ ਸੰਗਤ ਜੀ ਸਿਮਰਨ ਤੋਂ ਬਗੈਰ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਭ ਵਿਅਰਥ ਹੈ, ਕਰਮ ਕਾਂਡ ਹੈ। ਸੋ ਆਓ ਇਹ ਸਤਿਗੁਰਾਂ ਦਾ ਦੂਸਰਾ ਉਪਦੇਸ਼ ਹੈ ਕਿ ਭਾਈ ਗੁਰੂ ਵਾਲੇ ਬਣੋ, ਗੁਰਮੰਤਰ ਲਓ ਤੇ ਗੁਰਮੰਤਰ ਦੀ ਕਮਾਈ ਕਰੋ। ਉੱਠਦੇ ਬੈਠਦੇ ਜਦੋਂ ਵੀ ਸਾਧ ਸੰਗਤ ਜੀ ਸਾਡਾ ਮਨ ਜੋ ਵਿਹਲਾ ਹੋਵੇ ਨਾ, ਹੌਲੀ ਹੌਲੀ ਅਸੀਂ ਇਸ ਰਸਨਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰੀਏ।
फिर एक दिन ऐसा आवेगा साध संगत जी के जो सिमरन है वो अपने आप ही मन के अंदर चलता रहेगा, फिर जीवां नाल करन दी भी लोड़ नहीं पैंदी, अपने आप ही साडे शरीर दे विच साडे मन दे विच, चाहे असीं सुत्ते पए आ साध संगत जी, चाहे असीं किते भी बैठे आ, वो परमात्मा दा जो सिमरन आ वो चलदा रहिंदा है। सो आओ साध संगत जी, सतगुरां दा जो तीसरा उपदेश है वो है साध संगत जी कि असीं वहमां भरमां अडंबरां पखंडां नूं छड्डना है। असीं सतगुरु रविदास महाराज जी नूं क्रांतिकारी गुरु क्यों कहने आ? ताइयों कहने साध संगत जी, जिन्ने भी कूड़ पसार सी, जिन्ने भी भेदभाव सी, अडंबर सी, पखंड सी, साध संगत जी सतगुरु रविदास महाराज जी उन्हां सारियां दा खंडन करदे ने ते की फरमांदे ने, हर के नाम बिना झूठे सगल पसारे। असीं रोज आरती रूपी शब्द पढ़दे आ, नाम तेरो आरती मजन मुरारे, हर के नाम बिना झूठे सगल पसारे। धूप दीप नवेदे बासा, कैसे पूज करे तेरी दासा, मन ही पूजा मन ही धूप मन ही सेऊ सहज स्वरूप। कि साध संगत जी चाहे जिन्नियां मर्जियां जोतां जगा लईए, जिन्नी मर्जी असीं धूप अगरबत्ती जगा लईए, जदों तक साडे मन दे अंदर गुरु दा ज्ञान नहीं जे आंदा, सानू सच दी प्राप्ति नहीं जे होनी। अब बहुते जो मेरे भरा ने भैणां ने साध संगत जी जीव ने अनेकां सालां तो जोतां कर रहे ने, साध संगत जी जोतां जगा रहे ने, धूप अगरबत्ती लगा रहे ने, पर ज्ञान हजे भी उन्हां नूं नहीं जी होया, हजे भी वहमां भरमां दे विच फसे होए ने। ते सतगुरु रविदास महाराज जी का जो अज तीसरा उपदेश है ना साध संगत जी सानू, वो यही है कि साध संगत जी सी वहमां भरमां अडंबरां पखंडां च नहीं पैना। जिवें साध संगत जी असीं मधाणी पानी च पा दईए ना, जिन्ना मर्जी समा असीं पानी दे विच मधाणी नूं पा के उहनूं रिड़की जाइए, साध संगत जी कुछ प्राप्त नहीं जी होना। ते सतगुरु जी यही फरमांदे ने कि भाई जिन्ने मर्जी वहम भरम अडंबर असी करी जाइए, कुछ नहीं जे प्राप्त होने वाला। जे करना है तो सच दी कमाई करिए, करना है तो हत्थां नाल किरत करिए, जीवां नाल परमात्मा दा सिमरन करिए, तां जो सानू अपने अंदरों ही उस परमात्मा दी खोज हो सके। साध संगत जी तीसरा उपदेश है सतगुरु रविदास महाराज जी दा कि भाई किसी प्रकार का भी असी वहम भरम अडंबर पखंडां दे विच नहीं जे पैना। शगन अपशगन तिस को लगे जिस चीत ना आवे। ते साध संगत जी जदों सानू पता है कि वो सारी दुनिया का मालक साडे अंदर बैठा आ, फिर सानू वहम भरम करन दी की लोड़ है। जिस जीव नूं इह पता होवे कि परमात्मा मेरे अंदर वसदा है, साध संगत जी किओ किसी चीज तो डरेगा, किओ किसी जादू टोने तो डरेगा, साध संगत जी धागे तवीतां तो डरेगा नहीं। साध संगत जी जिस जीव नूं गुरु दा ज्ञान हो गया ना कि वह परम पिता परमात्मा मेरे अंदर ही बैठा आ, तो साध संगत जी वो किसी प्रकार दे वहम भरम अडंबर पखंडां दे विच नहीं जे पैंदा। क्यों? क्योंकि उसनूं पता है शगन अपशगन तिस को लगे जिस चीत ना आवे। कि साध संगत जी ये जो वहम भरम अडंबर पखंड ने, ये जो घड़ी मुहूर्त ने, ये जो शुभ अशुभ है, उन्हां लोकां वास्ते है जिन्हां दा कोई गुरु नहीं है, जिन्हां कोल गुरु दा ज्ञान नहीं है, जिन्हां नूं ये नहीं जे पता कि वो सारी दुनिया दा मालक साडे अंदर बैठा आ। ऐसे लोग साध संगत जी ने जो वहमां भरमां दे विच विश्वास करदे हैं, जिन्हां दे कोल सच्चा गुरु है। जिवें बार बार बेनती कि भाई बड़े कर्मां वाले आपां जीव हाँ कि वो गुरुआं दे गुरु सतगुरु रविदास महाराज जी वर्गे गुरु सानू मिले ने, जिन्हां ने सानू वहमां भरमां अडंबरां पखंडां चों कढ के सच दे नाल जोड़िया आ। ते अज पूरे विश्व दे विच साध संगत जी उन्हां दा पावन पवित्र प्रकाश दिहाड़ा मनाया जा रहा। ते अज सतगुरु रविदास महाराज जी पूरे विश्व दे विच होका दे रहे ने, को बन जारो राम को मेरा टांडा ला दिया जाए, हो बन जारो राम को सहज करो व्यापार, मैं राम नाम तन ला दिया बिखला दी संसार। ते साध संगत जी सानू भी होका दे रहे ने साध संगत जी कि भाई कोई है सच दे नाम दा व्यापारी जो मेरे नाल आके सच दा व्यापार करे। कोई है ऐसा जीव जो अडंबरा पखंडां नूं सच छड्ड के सच दी कमाई करना चाहता होवे। साध संगत जी अगला जो सतगुरु रविदास महाराज जी दा पावन पवित्र उपदेश है साध संगत जी, वो ये है कि भाई असी जाता पातां दे विच नहीं जे पैना। क्योंकि साध संगत जी सतगुरु जी फरमांदे ने मूर्ख है जो करता है वर्ण अवर्ण विचार, कि भाई वो मूर्ख लोग ने जो जाता पातां च विश्वास करते हैं।
ਕਿਉਂਕਿ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਬਹੁਤੇ ਜੋ ਚਲਾਕ ਲੋਕ ਸਨ ਨਾ, ਇੱਕ ਸਮਾਂ ਸੀ ਜਦੋਂ ਸਮਾਜ ਨੂੰ ਉਹਨਾਂ ਨੇ ਵਰਗਾਂ ਦੇ ਵਿੱਚ ਵੰਡਿਆ, ਜਦੋਂ ਸਮਾਜ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਦਿੱਤਾ। ਜੋ ਕਿਰਤੀ ਵਰਗ ਸੀ ਸਾਧ ਸੰਗਤ ਜੀ, ਹੱਥੀਂ ਕਿਰਤ ਕਰਨ ਵਾਲਾ, ਉਸ ਨੂੰ ਸ਼ੂਦਰ ਬਣਾ ਦਿੱਤਾ। ਆ ਵਿਚਾਰ ਕਰਨਾ ਸਾਧ ਸੰਗਤ ਜੀ, ਲੋਹੇ ਦਾ ਕੰਮ ਕਰਨ ਵਾਲਾ ਸ਼ੂਦਰ, ਚਮੜੇ ਦਾ ਕੰਮ ਕਰਨ ਵਾਲਾ ਸ਼ੂਦਰ, ਐਸੇ ਤਰ੍ਹਾਂ ਮਿੱਟੀ ਦਾ ਕੰਮ ਕਰਨ ਵਾਲਾ ਸ਼ੂਦਰ, ਕੱਪੜੇ ਦਾ ਕੰਮ ਕਰਨ ਵਾਲਾ ਸਾਧ ਸੰਗਤ ਜੀ ਸ਼ੂਦਰ, ਜੋ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਉਹ ਸ਼ੂਦਰ, ਜੋ ਖੇਤਾਂ ਦੇ ਵਿੱਚ ਮਿਹਨਤ ਕਰਦਾ ਸੀ ਸਾਧ ਸੰਗਤ ਜੀ ਉਹ ਸ਼ੂਦਰ। ਤਾਂ ਜਿਨ੍ਹਾਂ ਵੀ ਕਿਰਤੀ ਵਰਗ ਸੀ, ਕਿਉਂਕਿ ਉਸ ਸਮੇਂ ਨਾ ਤਾਂ ਕੋਈ ਕੰਪਨੀ ਹੁੰਦੀ ਸੀ, ਨਾ ਕੋਈ ਦਫ਼ਤਰ ਹੁੰਦੇ ਸੀ ਸਾਧ ਸੰਗਤ ਜੀ, ਤਾਂ ਜਿੰਨੇ ਵੀ ਪੈਸੇ ਕਮਾਉਣ ਦੇ ਸਾਧਨ ਸਨ ਉਹਨਾਂ ਸਾਰਿਆਂ ਨੂੰ ਸ਼ੂਦਰ ਬਣਾ ਦਿੱਤਾ ਗਿਆ। ਤਾਂ ਉਹਨਾਂ ਚਲਾਕ ਲੋਕਾਂ ਨੇ ਆਪਣੇ ਆਪ ਨੂੰ ਉੱਚਾ ਬਣਾ ਲਿਆ। ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਦੋਂ ਅਵਤਾਰ ਲਿਆ, ਜਦੋਂ ਇਸ ਧਰਤੀ ਤੇ ਆਏ, ਤਾਂ ਸਾਧ ਸੰਗਤ ਜੀ ਲੋਕਾਂ ਨੂੰ ਸਿੱਧੇ ਰਾਹ ਪਾਇਆ ਕਿ ਭਾਈ ਪ੍ਰਮਾਤਮਾ ਦੇ ਦਰਬਾਰ 'ਚ ਕੋਈ ਜਾਤ ਪਾਤ ਨਹੀਂ ਜੇ ਚੱਲਦੀ। ਪ੍ਰਮਾਤਮਾ ਨੇ ਸਭ ਨੂੰ ਬਰਾਬਰ ਪੈਦਾ ਕੀਤਾ ਹੈ, ਤੇ ਮੂਰਖ ਹੈ ਜੋ ਕਰਤ ਹੈ ਵਰਨ ਅਵਰਨ ਵਿਚਾਰ, ਕਿ ਭਾਈ ਮੂਰਖ ਨੇ ਉਹ ਲੋਕ ਜਿਹੜੇ ਜਾਤਾਂ ਪਾਤਾਂ 'ਚ ਫਸੇ ਹੋਏ ਨੇ। ਮੂਰਖ ਨੇ ਉਹ ਲੋਕ ਜੋ ਆਪਣੇ ਧਰਮ ਨੂੰ ਵੱਡਾ, ਦੂਸਰੇ ਨੂੰ ਛੋਟਾ ਸਮਝਦੇ ਨੇ। ਕਿਉਂਕਿ ਸਤਿਗੁਰੂ ਜੀ ਸਮਝਾਉਂਦੇ ਨੇ, ਮੁਸਲਮਾਨ ਸੋ ਦੋਸਤੀ, ਹਿੰਦੂਆਂ ਸੋ ਕਰ ਪ੍ਰੀਤ, ਰਵਿਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੀਤ। ਕਿ ਸਾਧ ਸੰਗਤ ਜੀ ਸਭ ਆਪਣੇ ਭੈਣ ਭਰਾ ਨੇ। ਅਸੀਂ ਧਾਰਮਿਕ ਤੌਰ ਤੇ, ਜਾਤੀ ਤੌਰ ਤੇ ਤਾਂ ਵੱਡੇ ਆ ਨਾ ਛੋਟੇ ਆ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਫਰਮਾਨ ਹੈ, ਆਪਣੇ ਆਪ ਨੂੰ ਜਾਤੀਗਤ ਵੱਡਾ ਸਮਝਣਾ ਮੂਰਖਤਾ ਹੈ, ਤੇ ਉਸ ਤੋਂ ਵੱਡੀ ਮੂਰਖਤਾ ਹੈ ਸਾਧ ਸੰਗਤ ਜੀ ਆਪਣੇ ਆਪ ਨੂੰ ਛੋਟਾ ਸਮਝਣਾ। ਜੋ ਜੀਵ ਜਾਤੀਗਤ ਤੌਰ ਤੇ ਆਪਣੇ ਆਪ ਨੂੰ ਛੋਟਾ ਸਮਝਦੇ ਨੇ, ਸਤਿਗੁਰੂ ਜੀ ਫਰਮਾਉਂਦੇ ਭਾਈ ਮੂਰਖ ਲੋਕ ਨੇ ਉਹ। ਵੱਡਾ ਉਹ ਹੈ ਜੋ ਚੰਗੇ ਕਰਮ ਕਰਦੇ ਨੇ। ਤੇ ਸਾਧ ਸੰਗਤ ਜੀ ਜੇ ਕੋਈ ਮਾੜੇ ਕਰਮ ਕਰਦਾ ਹੈ ਨਾ, ਅਸੀਂ ਉਸ ਨੂੰ ਨਫ਼ਰਤ ਨਹੀਂ ਜੇ ਕਰਨੀ, ਉਸ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਉਸ ਨੂੰ ਵੀ ਸਤ ਬੁੱਧੀ ਦੇਵੇ। ਸੋ ਸਾਧ ਸੰਗਤ ਜੀ ਸਤਿਗੁਰਾਂ ਦਾ ਅਗਲਾ ਉਪਦੇਸ਼ ਹੈ ਕਿ ਭਾਈ ਅਸੀਂ ਜਾਤਾਂ ਪਾਤਾਂ ਦੇ ਵਿੱਚ ਨਹੀਂ ਜੇ ਪੈਣਾ, ਹਰ ਇਨਸਾਨ ਦਾ ਸਤਿਕਾਰ ਕਰਨਾ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਕੋਈ ਐਸਾ ਜੀਵ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਤੇ ਸੱਚ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ, ਇੱਕ ਅਵਸਥਾ ਐਸੀ ਬਣਦੀ ਹੈ ਭਗਤੀ ਦੀ, ਜਦੋਂ ਗੁਰੂ ਦਾ ਗਿਆਨ ਹੁੰਦਾ ਨਾ ਸਾਧ ਸੰਗਤ ਜੀ, ਫਿਰ ਐਸੀ ਅਵਸਥਾ ਬਣਦੀ ਹੈ ਕਿ ਇਨਸਾਨ ਨੂੰ ਪਤਾ ਲੱਗਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕਹਿ ਸਕੇ। ਇਨਸਾਨ ਤੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਕਿ ਭਾਈ ਤੂੰ ਪ੍ਰਮਾਤਮਾ ਦਾ ਹੀ ਰੂਪ ਹੈ। ਤੇ ਸਾਧ ਸੰਗਤ ਜੀ ਇਹ ਗੱਲ ਪਤਾ ਕਦੋਂ ਲੱਗਦੀ ਹੈ? ਜਦੋਂ ਅਸੀਂ ਸਾਧੂਆਂ ਦੀ ਸੰਗਤ ਕਰਦੇ ਹਾਂ। ਸਾਧੂ ਕਿਹੜਾ? ਜੋ ਸੱਚਾ ਹੋਵੇ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇ। ਤੇ ਸਾਧ ਸੰਗਤ ਜੀ ਇਹ ਸਤਿਗੁਰਾਂ ਦਾ ਅਗਲਾ ਉਪਦੇਸ਼ ਹੈ ਕਿ ਭਾਈ ਅਸੀਂ ਸੱਚ ਨਾਲ ਜੁੜ ਕੇ ਰਹਿਣਾ ਹੈ, ਸਤ ਸੰਗ ਕਰਨਾ ਹੈ। ਅਸੀਂ ਜਦੋਂ ਵੀ ਸਾਨੂੰ ਸੰਤਾਂ ਦੀ ਸੰਗਤ ਮਿਲੇ ਨਾ ਸਾਧ ਸੰਗਤ ਜੀ, ਕਰ ਲੈਣੀ ਚਾਹੀਦੀ ਹੈ। ਮਿਲੇ ਸੰਤ ਕੁਛ ਸੁਨੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੇਕਰ ਸਾਨੂੰ ਕੋਈ ਸੰਤ ਮਹਾਂਪੁਰਸ਼ ਮਿਲੇ ਨਾ, ਸਾਨੂੰ ਉਹਨਾਂ ਦੇ ਵਚਨਾਂ ਨੂੰ ਸੁਣਨਾ ਚਾਹੀਦਾ ਆ। ਜੇਕਰ ਸਾਡੇ ਮਨ 'ਚ ਕੋਈ ਸ਼ੰਕਾ ਹੈ, ਸਾਨੂੰ ਪੁੱਛ ਲੈਣਾ ਚਾਹੀਦਾ ਹੈ। ਪਰ ਜੇਕਰ ਕੋਈ ਖੋਟਾ ਪੁਰਸ਼ ਮਿਲ ਜਾਵੇ, ਸਾਨੂੰ ਉਸ ਦੇ ਅੱਗੇ ਚੁੱਪ ਹੀ ਰਹਿਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜੀ ਬੋਲਤ ਬੋਲਤ ਬੜੈ ਬਿਆਦੀ, ਬੋਲ ਅਬੋਲੇ ਜਾਈ, ਬੋਲ ਬੋਲ ਅਬੋਲ ਕੋ ਪਕੜੈ, ਬੋਲ ਬੋਲ ਕੋ ਖਾਈ। ਕਿ ਸਾਧ ਸੰਗਤ ਜੀ ਬੋਲਣ ਦੇ ਨਾਲ ਝਗੜਾ ਵੱਧਦਾ ਹੈ, ਤੇ ਜ਼ਿਆਦਾ ਬੋਲਣ ਵਾਲਾ ਹੰਕਾਰ ਕਰਕੇ ਫਿਰ ਘੱਟ ਬੋਲਣ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਇਸ ਕਰਕੇ ਸਾਧ ਸੰਗਤ ਜੀ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਨਾ, ਉਹ ਹਮੇਸ਼ਾ ਹੀ ਸੱਚ ਦੀ ਗੱਲ ਕਰਦੇ ਨੇ। ਐਸੇ ਕਰਕੇ ਜੋ ਸੰਸਾਰ ਹੈ ਉਹਨਾਂ ਦੇ ਵਿਰੋਧ 'ਚ ਖੜਾ ਹੋ ਜਾਂਦਾ ਹੈ। ਕਿਉਂਕਿ ਸਾਧ ਸੰਗਤ ਜੀ ਜੋ ਸਾਧੂ ਹੁੰਦਾ ਨਾ, ਸਾਧੂ ਸੱਚਾ ਸਾਧੂ, ਉਸਨੇ ਸੱਚ ਨੂੰ ਸੱਚ ਕਹਿਣਾ ਹੈ, ਝੂਠ ਨੂੰ ਝੂਠ ਕਹਿਣਾ ਹੈ। ਤੇ ਜੋ ਸੰਸਾਰ ਦੇ ਮਾੜੇ ਲੋਕ ਨੇ ਨਾ, ਮਾੜੇ ਕਰਮ ਕਰਨ ਵਾਲੇ ਲੋਕ, ਉਹ ਫਿਰ ਸੱਚੇ ਸਾਧੂ ਦੇ ਖਿਲਾਫ ਹੋ ਜਾਂਦੇ ਨੇ। ਕਿਉਂਕਿ ਸਾਧੂ ਦਾ ਕੰਮ ਕੀ ਹੈ? ਸਾਧ ਸੰਗਤ ਜੀ ਜੋ ਪੂਰਨ ਗੁਰੂ ਹੋਵੇ, ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੂਰਨ ਗੁਰੂ ਨੇ, ਉਹ ਸੱਚ ਨੂੰ ਸੱਚ ਕਹਿੰਦੇ ਨੇ ਤੇ ਝੂਠ ਨੂੰ ਝੂਠ ਕਹਿੰਦੇ ਨੇ। ਤੇ ਜੋ ਝੂਠੇ ਨੇ ਨਾ ਸਾਧ ਸੰਗਤ ਜੀ, ਉਹਨਾਂ ਨੂੰ ਫਿਰ ਬੁਰਾ ਲੱਗਦਾ ਹੈ, ਉਹ ਵਿਰੋਧ ਕਰਦੇ ਨੇ, ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਰੋਧ ਕੀਤਾ।
ਤੇ ਇਹ ਦੁਨੀਆ ਦੀ ਸੱਚਾਈ ਹੈ। ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋਏ ਨੇ ਸਾਧ ਸੰਗਤ ਜੀ, ਜਿੰਨੇ ਵੀ ਗੁਰੂ ਹੋਏ ਨੇ, ਉਹਨਾਂ ਦਾ ਵਿਰੋਧ ਹੋਇਆ ਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਹੁਤ ਵਿਰੋਧ ਹੋਇਆ ਸਾਧ ਸੰਗਤ ਜੀ, ਲੋਕ ਪੱਥਰ ਤੱਕ ਮਾਰਦੇ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੇਲ੍ਹ ਜਾਣਾ ਪਿਆ ਸਾਧ ਸੰਗਤ ਜੀ, ਸੱਚ ਦੇ ਲਈ। ਤੇ ਇਹ ਸੱਚ ਹੈ ਸਾਧ ਸੰਗਤ ਜੀ, ਜੋ ਸਮੇਂ ਦੇ ਬੁਰੇ ਲੋਕ ਨੇ ਹੁੰਦੇ ਨੇ, ਜਦੋਂ ਗੁਰੂਆਂ ਨੇ ਸੱਚ ਦਾ ਪ੍ਰਚਾਰ ਕਰਨਾ ਹੁੰਦਾ ਹੈ ਸਾਧ ਸੰਗਤ ਜੀ, ਉਹਨਾਂ ਨੂੰ ਕੋੜਾ ਲੱਗਦਾ ਹੈ। ਪਰ ਫਿਰ ਵੀ ਜੋ ਪੂਰਨ ਬ੍ਰਹਮ ਗਿਆਨੀ ਨੇ, ਪੂਰੇ ਗੁਰੂ ਨੂੰ ਡਰਦੇ ਨਹੀਂ ਹੈ। ਭਗਤੀ ਕਰੇ ਕੋਈ ਸੂਰਮਾ ਸਾਧ ਸੰਗਤ ਜੀ, ਉਹ ਸੂਰਮਾ ਹੁੰਦੇ ਨੇ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ। ਤੇ ਅਸੀਂ ਵੀ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚੇਲੇ ਆ ਸਾਧ ਸੰਗਤ ਜੀ, ਉਸ ਦੇ ਬੱਚੇ ਆ। ਅਸੀਂ ਵੀ ਸੱਚ ਦੇ ਮਾਰਗ ਤੇ ਚੱਲਦੇ ਹੋਏ ਡਰਨਾ ਨਹੀਂ ਹੈ ਕਿਸੇ ਤੋਂ। ਅਸੀਂ ਵੀ ਗੁਰੂਆਂ ਦੇ ਪ੍ਰਚਾਰਕਾਂ ਸਾਧ ਸੰਗਤ ਜੀ, ਜਿੰਨਾ ਕਾ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਚਾਰ ਕਰ ਸਕਦੇ ਕਰੀਏ। ਅਗਲਾ ਜੋ ਉਪਦੇਸ਼ ਸਾਧ ਸੰਗਤ ਜੀ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਸਾਧ ਸੰਗਤ ਜੀ, ਜਿਵੇਂ ਅੱਜ ਸਾਨੂੰ ਸਮਝਾਇਆ ਨਾ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚ ਕਿ ਭਾਈ ਪ੍ਰਮਾਤਮਾ ਅੰਦਰ ਹੈ, ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਗੁਰਬਾਣੀ ਨਾਲ ਜੁੜੋ, ਗੁਰੂ ਵਾਲੇ ਬਣੋ, ਗੁਰੂ ਮੰਤਰ ਲਓ। ਅੱਗੇ ਸਾਧ ਸੰਗਤ ਜੀ ਜਿਵੇਂ ਸਾਨੂੰ ਸਮਝਾਇਆ ਕਿ ਭਾਈ ਅਸੀਂ ਸੱਚ ਨਾਲ ਜੁੜ ਕੇ ਰਹਿਣਾ, ਸਤਸੰਗ ਕਰਨੀ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਿ ਸਾਧ ਸੰਗਤ ਜੀ ਬਿਨਾ ਸਤਸੰਗ ਦੇ ਸਾਡੇ ਅੰਦਰ ਭਾਵਨਾ ਨਹੀਂ ਜੇ ਪੈਦਾ ਹੁੰਦੀ, ਤੇ ਜਦੋਂ ਤੱਕ ਸਾਡੇ ਅੰਦਰ ਭਾਵਨਾ ਨਹੀਂ ਜੇ ਪੈਦਾ ਹੁੰਦੀ, ਭਗਤੀ ਵੀ ਨਹੀਂ ਜੇ ਹੁੰਦੀ। ਜਿਵੇਂ ਅਸੀਂ ਸਤਸੰਗ 'ਚ ਜਾਂਦੇ ਆ ਨਾ ਸਾਧ ਸੰਗਤ ਜੀ, ਬੜਾ ਉੱਥੇ ਮਾਹੌਲ ਬਣਦਾ ਆ, ਬੜਾ ਮਨ ਨੂੰ ਸਕੂਨ ਮਿਲਦਾ ਆ ਕਿ ਭਾਈ ਪ੍ਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਉੱਥੇ ਸੱਚ ਦੀਆਂ ਗੱਲਾਂ ਹੁੰਦੀਆਂ ਨੇ, ਕੋਈ ਝੂਠ ਨਹੀਂ ਹੁੰਦਾ। ਤੇ ਸਤਿਗੁਰੂ ਜੀ ਵੀ ਫਰਮਾਉਂਦੇ ਭਾਈ ਸੰਤਾਂ ਦੀ ਸੰਗਤ ਕਰੋ। ਤੇ ਸੰਤ ਕਿਹੜੇ ਸਾਧ ਸੰਗਤ ਜੀ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤੇ ਸੰਤ ਐਸੇ ਵੀ ਨੇ ਜੋ ਦਿਖਾਵੇ ਵਾਲੇ ਨੇ, ਜਿਨ੍ਹਾਂ ਨੇ ਗਲੇ ਦੇ ਵਿੱਚ ਮਾਲਾ ਪਹਿਨੀ ਹੋਈ ਹੈ, ਸਾਧੂਆਂ ਵਰਗੇ ਕੱਪੜੇ ਪਾਏ ਹੋਏ ਨੇ ਸਾਧ ਸੰਗਤ ਜੀ। ਬਹੁਤੇ ਐਸੇ ਜੀਵ ਨੇ ਜੋ ਸਾਧੂ ਦਾ ਭੇਖ ਬਣਾ ਕੇ ਫਿਰਦੇ ਨੇ, ਪਰ ਪਤਾ ਕੁਛ ਵੀ ਨਹੀਂ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਾਧ ਸੰਗਤ ਜੀ, ਬਹੁ ਭੇਖ ਕਰੈ ਮਨ ਸ਼ਾਂਤ ਨਾ ਹੋਏ, ਬਹੁ ਅਪਮਾਨੀ ਆਪਣੀ ਪਤ ਖੋਏ। ਕਿ ਭਾਈ ਭੇਸ਼ ਬਦਲਣ ਦੇ ਨਾਲ ਮਨ ਸ਼ਾਂਤ ਨਹੀਂ ਜੇ ਹੁੰਦਾ। ਮਨ ਦੀ ਖੇਡ ਸਾਧ ਸੰਗਤ ਜੀ, ਮਨ ਜੀਤੇ ਜਗ ਜੀਤ। ਜਦੋਂ ਅਸੀਂ ਆਪਣੇ ਮਨ ਨੂੰ ਕਾਬੂ ਕਰ ਲਿਆ, ਜਦੋਂ ਅਸੀਂ ਆਪਣੇ ਮਨ ਨੂੰ ਮਨਾ ਲਿਆ, ਇਹ ਮਨ ਹੀ ਹੈ ਜਿਹੜਾ ਸਾਡੇ ਤੋਂ ਕੋਈ ਕਰਮ ਕਰਾ ਦਿੰਦਾ ਆ। ਇਹ ਸਾਧ ਸੰਗਤ ਜੀ ਮਨ ਹੀ ਹੈ ਜੋ ਸਾਡੇ ਜੋ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਤੇ ਲਗਾ ਰੱਖਿਆ। ਇਹ ਮਨ ਹੀ ਹੈ ਸਾਧ ਸੰਗਤ ਜੀ ਜੋ ਵੱਡੇ ਵੱਡੇ ਕ੍ਰਿਮੀਨਲ ਪੈਦਾ ਕਰ ਦਿੰਦਾ ਹੈ। ਤੇ ਜੇ ਅਸੀਂ ਗੁਰੂ ਵਾਲੇ ਹੋਵਾਂਗੇ ਨਾ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਸੱਚੇ ਮਨੋਂ ਜੁੜਿਆ ਹੁੰਦਾ ਹੈ, ਸਾਧ ਸੰਗਤ ਜੀ ਕੋਈ ਬੁਰਾ ਕਰਮ ਨਹੀਂ ਜੇ ਕਰਦਾ। ਜੋ ਪੂਰੇ ਗੁਰੂ ਦਾ ਚੇਲਾ ਹੁੰਦਾ ਨਾ ਸਾਧ ਸੰਗਤ ਜੀ, ਉਸ ਦਾ ਮਨ ਡੋਲਦਾ ਨਹੀਂ, ਕਿਉਂਕਿ ਜੋ ਗੁਰੂ ਹੈ ਉਹ ਡੋਲਣ ਨਹੀਂ ਜੇ ਦਿੰਦਾ, ਉਹ ਵਿਸ਼ੇ ਵਿਕਾਰਾਂ ਦੇ ਵਿੱਚ ਨਹੀਂ ਜੇ ਫਸਦਾ ਸਾਧ ਸੰਗਤ ਜੀ। ਆ ਬਿਨਾਂ ਗੁਰੂ ਵਾਲੇ ਨੇ ਸਾਧ ਸੰਗਤ ਜੀ ਜੋ ਆਤਮ ਹੱਤਿਆ ਕਰਦੇ ਨੇ, ਕਿਉਂਕਿ ਉਹਨਾਂ ਦਾ ਜੋ ਮਨ ਹੈ ਉਹ ਕਮਜ਼ੋਰ ਹੈ। ਜੋ ਸੱਚਾ ਧਾਰਮਿਕ ਇਨਸਾਨ ਹੋਏਗਾ, ਕਿੱਡਾ ਵੱਡਾ ਨੁਕਸਾਨ ਹੋ ਜਾਏ ਸਾਧ ਸੰਗਤ ਜੀ, ਉਹ ਚੱਲ ਲੈਂਦਾ ਹੈ, ਉਹ ਫਿਰ ਮਿਹਨਤ ਕਰਦਾ ਹੈ, ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਆ। ਜੋ ਸੱਚੇ ਗੁਰੂ ਦਾ ਚੇਲਾ ਸਾਧ ਸੰਗਤ ਜੀ, ਉਸਨੂੰ ਜਿੰਨਾ ਮਰਜ਼ੀ ਵੱਡਾ ਦੁੱਖ ਆਵੇ, ਜਿੰਨਾ ਮਰਜ਼ੀ ਵੱਡਾ ਉਸਦਾ ਨੁਕਸਾਨ ਹੋ ਜਾਵੇ, ਉਹ ਰੱਬ ਦਾ ਭਾਣਾ ਮੰਨ ਕੇ ਅੱਗੇ ਵੱਧਦਾ, ਪਿੱਛੇ ਨਹੀਂ ਜੜਦਾ। ਉਹ ਇਹ ਨਹੀਂ ਜੇ ਸੋਚਦਾ ਵੀ ਮੇਰਾ ਐਡਾ ਨੁਕਸਾਨ ਹੋ ਗਿਆ, ਇਹ ਕੁਛ ਹੋ ਗਿਆ, ਸੋਚਦਾ ਕਿਉਂ ਹੋਇਆ, ਤੇ ਉਸ ਵੀ ਸੁਧਾਰ ਕਰਦਾ ਹੋਇਆ ਸਾਧ ਸੰਗਤ ਜੀ ਅੱਗੇ ਵੱਧਦਾ ਹੈ, ਹੋਰ ਦ੍ਰਿੜ ਨਿਸ਼ਚੇ ਦੇ ਨਾਲ ਉਹ ਅੱਗੇ ਵੱਧਦਾ ਹੈ। ਆ ਮੂਰਖ ਲੋਕ ਨੇ ਸਾਧ ਸੰਗਤ ਜੀ ਜੋ ਆਤਮ ਹੱਤਿਆ ਕਰਦੇ ਨੇ, ਕਿਉਂਕਿ ਉਹ ਗੁਰੂ ਵਾਲੇ ਨਹੀਂ ਨੇ। ਤੇ ਸਾਧ ਸੰਗਤ ਜੀ ਜੋ ਗੁਰੂ ਵਾਲਾ ਹੋਵੇ ਨਾ, ਉਸ ਦਾ ਮਨ ਬੜਾ ਪੱਕਾ ਹੁੰਦਾ ਹੈ, ਨਾ ਤਾਂ ਉਹ ਵਹਿਮਾਂ ਭਰਮਾਂ 'ਚ ਫਸਦਾ ਹੈ, ਨਾ ਫਿਰ ਉਹ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਉਸਤਤ ਨਿੰਦਾ ਦਉ ਤਿਆਗੈ। ਕਿ ਭਾਈ ਜੇਕਰ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਹੈ ਨਾ, ਜੇਕਰ ਅਸੀਂ ਭਗਤੀ ਕਰਨੀ ਹੈ, ਤਾਂ ਸਾਨੂੰ ਉਸਤਤ ਵੀ ਛੱਡਣੀ ਪੈਣੀ ਹੈ ਤੇ ਨਿੰਦਾ ਵੀ ਛੱਡਣੀ ਪੈਣੀ ਹੈ। ਜੇਕਰ ਕੋਈ ਸਾਡੀ ਪ੍ਰਸ਼ੰਸਾ ਕਰੇ, ਸਾਨੂੰ ਬਹੁਤਾ ਖੁਸ਼ ਨਹੀਂ ਜੇ ਹੋਣਾ ਚਾਹੀਦਾ। ਜੇਕਰ ਕੋਈ ਸਾਨੂੰ ਮਾੜਾ ਕਵੇ ਨਾ ਸਾਧ ਸੰਗਤ ਜੀ, ਸਾਨੂੰ ਦਿਮਾਗ ਤੇ ਨਹੀਂ ਜੇ ਲੈਣੀ ਚਾਹੀਦੀ, ਦਿਲ ਤੇ ਗੱਲ ਨਹੀਂ ਜੇ ਲੈਣੀ ਚਾਹੀਦੀ। ਕਿ ਭਾਈ ਰੱਬ ਉਹਨਾਂ ਦਾ ਵੀ ਭਲਾ ਕਰੇ ਜਿਹੜੇ ਸਾਨੂੰ ਚੰਗਾ ਕਹਿੰਦੇ ਨੇ, ਰੱਬ ਉਹਨਾਂ ਦਾ ਵੀ ਭਲਾ ਕਰੇ ਜਿਹੜੇ ਸਾਨੂੰ ਮਾੜਾ ਕਹਿੰਦੇ ਨੇ। ਦੋਵੇਂ ਪ੍ਰਮਾਤਮਾ ਦੇ ਰੂਪ ਨੇ। ਅਸੀਂ ਸਿਰਫ ਸੱਚ ਦੇ ਮਾਰਗ ਤੇ ਚੱਲਣਾ, ਕੋਈ ਸਾਨੂੰ ਚੰਗਾ ਕਵੇ ਮਾੜਾ ਕਵੇ, ਅਸੀਂ ਅੰਦਰੋਂ ਸਹੀ ਹੋਣੇ ਚਾਹੀਦੇ ਹਾਂ ਸਾਧ ਸੰਗਤ ਜੀ। ਸਤਿਗੁਰੂ ਜੀ ਹੀ ਫਰਮਾਉਂਦੇ ਨੇ ਕਿ ਭਾਈ ਜੇਕਰ ਕੋਈ ਉਸਤਤ ਕਰਦਾ ਤਾਂ ਵੀ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ।
ਜੇਕਰ ਕੋਈ ਸਾਡੀ ਨਿੰਦਾ ਕਰਦਾ ਹੈ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਜੇ ਪੈਣਾ ਸਾਧ ਸੰਗਤ ਜੀ। ਤੇ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਹੰਕਾਰ ਨਹੀਂ ਜੇ ਕਰਨਾ, ਕਿਉਂਕਿ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਫਰਮਾਨ ਹੈ, ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ। ਕਿ ਭਾਈ ਜਦ ਤੱਕ ਸਾਡੇ ਮਨ 'ਚ ਹੰਕਾਰ ਹੈ ਨਾ ਸਾਧ ਸੰਗਤ ਜੀ, ਸਾਨੂੰ ਸੱਚ ਦੀ ਪ੍ਰਾਪਤੀ ਹੋਈ ਨਹੀਂ ਜੀ ਸਕਦੀ। ਜਦੋਂ ਤੱਕ ਸਾਡੇ ਮਨ 'ਚ ਹੰਕਾਰ ਹੈ, ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਜੀ ਸਕਦੀ। ਪੁੱਤਰ ਕਲਤਰ ਕਾ ਕਰੈ ਹੰਕਾਰ, ਠਾਕੁਰ ਲੇਖਾ ਮੰਗਣਹਾਰ। ਕਿ ਭਾਈ ਜਦੋਂ ਤੱਕ ਸਾਡੇ ਮਨ 'ਚ ਹੰਕਾਰ ਹੈ ਸਾਧ ਸੰਗਤ ਜੀ, ਸਾਨੂੰ ਸੱਚ ਨਾਲ ਜੁੜਨ ਨਹੀਂ ਜੇ ਦਿੰਦਾ। ਤੇ ਜਦੋਂ ਅਸੀਂ ਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਜਦੋਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦੇ ਆ ਨਾ ਸਾਧ ਸੰਗਤ ਜੀ, ਫਿਰ ਸਾਡੇ ਅੰਦਰੋਂ ਹੰਕਾਰ ਖਤਮ ਹੁੰਦਾ। ਤੇ ਜਦੋਂ ਅਸੀਂ ਹੰਕਾਰ ਖਤਮ ਕਰ ਲੈਂਦੇ ਆ, ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਜੋ ਹੈ ਉਹ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਂਦੀ ਹੈ। ਇਸ ਲਈ ਸਾਧ ਸੰਗਤ ਜੀ, ਚਾਹੇ ਕੋਈ ਪੈਸੇ ਵਾਲਾ ਇਨਸਾਨ ਹੈ, ਸਾਨੂੰ ਪੈਸੇ ਤੇ ਵੀ ਹੰਕਾਰ ਨਹੀਂ ਕਰਨਾ, ਬਹੁਤੀ ਜਾਇਦਾਦ ਹੈ ਉਸ ਦਾ ਵੀ ਹੰਕਾਰ ਨਹੀਂ ਕਰਨਾ, ਪ੍ਰਮਾਤਮਾ ਦਾ ਸ਼ੁਕਰ ਕਰਨਾ ਹੈ ਕਿ ਹੇ ਪ੍ਰਮਾਤਮਾ ਤੂੰ ਇੰਨਾ ਕੁਛ ਮੈਨੂੰ ਬਖਸ਼ਿਆ, ਜਾਂ ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। ਤੇ ਸਾਧ ਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ, ਭਾਈ ਲਾਲਚ ਵੀ ਨਹੀਂ ਜੇ ਕਰਨਾ, ਲਾਲਚ ਲੱਗ ਗਿਆ ਜਨਮ ਗਵਾਇਆ। ਕਿ ਸਾਧ ਸੰਗਤ ਜੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਕਿ ਭਾਈ ਜੋ ਲਾਲਚ ਹੈ ਨਾ ਸਾਧ ਸੰਗਤ ਜੀ, ਬਹੁਤੇ ਕ੍ਰਾਈਮ ਨੇ ਜੋ ਲਾਲਚ ਕਰਕੇ ਹੁੰਦੇ ਨੇ, ਇਹ ਲਾਲਚ ਹੈ ਮਾਇਆ ਦਾ ਲਾਲਚ, ਆਪਣੇ ਆਪਣਿਆਂ ਨੂੰ ਧੋਖਾ ਦੇ ਰਹੇ ਨੇ। ਸਕੇ ਭੈਣ ਭਰਾ ਆਪਣੇ ਭੈਣ ਭਰਾਵਾਂ ਨੂੰ ਮਾਰ ਰਹੇ ਨੇ ਸਾਧ ਸੰਗਤ ਜੀ ਸੰਸਾਰ 'ਚ। ਕਾਰਨ ਕੀ ਹੈ? ਲਾਲਚ। ਅੱਜ ਉਹ ਸਾਡੇ ਜਵਾਨ ਧੀਆਂ ਪੁੱਤਾਂ ਨੂੰ ਮਾਰ ਰਹੇ ਨੇ ਨਸ਼ੇ ਕਰਾ ਕਰਾ ਕੇ, ਨਸ਼ੇ ਵੇਚ ਕੇ। ਕਾਰਨ ਕੀ ਹੈ ਸਾਧ ਸੰਗਤ ਜੀ? ਲਾਲਚ, ਪੈਸੇ ਦਾ ਲਾਲਚ। ਇਹ ਜਿੰਨੇ ਵੀ ਮਾੜੇ ਕਰਮ ਹੁੰਦੇ ਨੇ ਸਾਧ ਸੰਗਤ ਜੀ, ਉਸ ਦੇ ਪਿੱਛੇ ਮੇਨ ਕਾਰਨ ਕੀ ਹੈ? ਲਾਲਚ। ਤੇ ਜੇ ਅਸੀਂ ਪੂਰੇ ਗੁਰੂ ਵਾਲੇ ਹਾਂ ਤਾਂ ਸਤਿਗੁਰੂ ਜੀ ਦਾ ਫਰਮਾਨ ਅਸੀਂ ਮੰਨਦੇ ਕਿ ਭਾਈ ਕਿਸੇ ਪ੍ਰਕਾਰ ਦਾ ਲਾਲਚ ਨਹੀਂ ਜੇ ਕਰਨਾ, ਕਿਉਂਕਿ ਲਾਲਚ ਦੇ ਵਿੱਚ ਆ ਕੇ ਅਸੀਂ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹਾਂ। ਕਈ ਜੀਵ ਨੇ ਸਾਧ ਸੰਗਤ ਜੀ, ਸਾਰੀ ਉਮਰ ਲੰਘ ਜਾਂਦੀ ਹੈ, ਉਹਨਾਂ ਦੇ ਉੱਪਰ ਕੋਈ ਦਾਗ ਨਹੀਂ ਜੀ ਹੁੰਦਾ, ਕਿਸੇ ਨੂੰ ਪਤਾ ਨਹੀਂ ਹੈ ਵੀ ਉਹ ਰਿਸ਼ਵਤ ਲੈਂਦੇ ਨੇ। ਬਹੁਤੇ ਜੀਵ ਦੇਖੇ ਨੇ ਕਿ ਜਦੋਂ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ ਸਾਧ ਸੰਗਤ ਜੀ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਮਾਨਦਾਰ ਬਣ, ਇਮਾਨਦਾਰੀ ਦੀ ਰੋਟੀ ਕਮਾ। ਕੋਈ ਨਕਲੀ ਮਿਠਾਈਆਂ ਵੇਚ ਰਿਹਾ ਸਾਧ ਸੰਗਤ ਜੀ, ਕਾਰਨ ਕੀ ਹੈ? ਲਾਲਚ। ਪਰ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਕਿ ਭਾਈ ਬੇਈਮਾਨੀ ਦੀ ਜੋ ਕਮਾਈਆਂ ਨੇ ਨਾ, ਇਹ ਕਿਤੇ ਕੰਮ ਨਹੀਂ ਆਣੀਆਂ ਸਾਧ ਸੰਗਤ ਜੀ। ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ ਸਾਧ ਸੰਗਤ ਜੀ, ਸਰੀਰ ਤਾਂ ਸਾਡੇ ਵਰਗੇ ਹੀ ਸੀ, 2 ਹੱਥ ਪੈਰ ਨੱਕ ਅੱਖਾਂ, ਉਹੀ ਸਰੀਰ ਉਹਨਾਂ ਦੀ ਸੀ ਸਾਧ ਸੰਗਤ ਜੀ। ਵੱਖਰੀ ਗੱਲ ਹੈ ਕਿ ਜਲਵਾਯੂ ਕਰਕੇ ਕੋਈ ਗੋਰਾ ਹੈ, ਕਾਲਾ ਹੈ, ਕੋਈ ਵੱਡਾ ਹੈ, ਛੋਟਾ ਹੈ ਸਾਧ ਸੰਗਤ ਜੀ, ਪਰ ਉਹਨਾਂ ਦੇ ਸਰੀਰ ਸਾਡੇ ਵਰਗੇ ਸੀ। ਪਰ ਲੋਕ ਉਹਨਾਂ ਨੂੰ ਨਮਸਕਾਰ ਕਰਦੇ ਨੇ, ਪੂਜਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਕਰਮ ਮਹਾਨ ਸਨ। ਤੇ ਇਨਸਾਨ ਸਾਧ ਸੰਗਤ ਜੀ ਜਾਤ ਪਾਤ ਕਰਕੇ ਵੱਡਾ ਛੋਟਾ ਨਹੀਂ, ਕਰਮਾਂ ਕਰਕੇ ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰਦੇ। ਕਾਰਨ ਕਰਮ। ਭਾਈ ਚੰਗੇ ਕਰਮ ਕਰੋ, ਐਸੇ ਕਰਮ ਕਰੋ ਕਿ ਆਉਣ ਵਾਲੇ ਜੋ ਲੋਕ ਨੇ, ਜੀਵ ਨੇ, ਸਾਨੂੰ ਯਾਦ ਰੱਖਣ। ਤੇ ਅਸੀਂ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੱਚੇ ਆ। ਜਿੰਨੇ ਮਹਾਨ ਕਰਮ ਸਾਡੇ ਗੁਰੂ ਕਰਕੇ ਗਏ ਨੇ, ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਉਹਨਾਂ ਦੀ ਵੀ ਭਾਈ ਨਕਲ ਕਰੀਏ, ਉਹਨਾਂ ਦੀ ਰੀਸ ਕਰੀਏ ਸਤਿਗੁਰਾਂ ਦੀ, ਜਿਸ ਦੇ ਨਾਲ ਸਾਡਾ ਵੀ ਭਲਾ ਹੋ ਸਕੇ। ਅਸੀਂ ਗੁਰੂਆਂ ਨੂੰ ਕਾਪੀ ਕਰੀਏ। ਅਸੀਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ 'ਚ ਫਰਮਾਉਂਦੇ ਨੇ, ਉਸ ਨੂੰ ਮੰਨੀਏ, ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਤੇ ਬਹੁਤੇ ਜੀਵ ਐਸੇ ਨੇ ਨਾ ਸਾਧ ਸੰਗਤ ਜੀ, ਜੋ ਕਹਿੰਦੇ ਨੇ ਵੀ ਅਸੀਂ ਧਰਮ ਨੂੰ ਪਸੰਦ ਹੀ ਨਹੀਂ ਕਰਦੇ। ਪਰ ਭਾਈ ਇੱਕ ਵਾਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪੜ੍ਹ ਕੇ ਤਾਂ ਵੇਖੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਧਰਮ ਹੈ ਨਾ ਸਾਧ ਸੰਗਤ ਜੀ, ਉਹ ਐਸਾ ਆ ਕਿ ਇਨਸਾਨ ਨੂੰ ਇਨਸਾਨ ਬਣਾਉਂਦਾ ਆ। ਐਸਾ ਧਰਮ ਹੈ ਜੋ ਪਾਪੀਆਂ ਨੂੰ ਵੀ ਤਾਰ ਦਿੰਦਾ, ਬੁਰੇ ਕਰਮ ਕਰਨ ਵਾਲਿਆਂ ਨੂੰ ਵੀ ਪ੍ਰੇਰਿਤ ਕਰਦਾ ਹੈ ਕਿ ਭਾਈ ਤੂੰ ਛੱਡ ਮਾੜੇ ਕਰਮ, ਸੱਚ ਦੇ ਰਾਹ ਤੇ ਚੱਲ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਡੇ ਜੀਵਨ ਨੂੰ ਸਫਲ ਕਰਦੀ ਹੈ ਸਾਧ ਸੰਗਤ ਜੀ। ਤੇ ਯਾਦ ਰੱਖਣਾ ਸਤਿਗੁਰਾਂ ਦਾ ਅਗਲਾ ਉਪਦੇਸ਼ ਹੈ ਸਾਧ ਸੰਗਤ ਜੀ ਕਿ ਭਾਈ ਇਹ ਜੋ ਸਰੀਰ ਹੈ ਬਾਰ-ਬਾਰ ਨਹੀਂ ਜੇ ਮਿਲਣਾ। ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਵਿਵੇਕ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਪਜਹਰ ਕੀ ਸੇਵ। ਕਿ ਸਾਧ ਸੰਗਤ ਜੀ ਜੋ ਸਰੀਰ ਹੈ ਇਹ ਬਾਰ-ਬਾਰ ਨਹੀਂ ਜੀ ਮਿਲਦਾ।
ਉਸ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਜਾ ਕੇ ਸਾਨੂੰ ਸਰੀਰ ਮਿਲਿਆ ਹੈ। ਬੜਾ ਪਾਵਨ ਪਵਿੱਤਰ ਸਰੀਰ ਹੈ ਸਾਧ ਸੰਗਤ ਜੀ। ਇਸ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਬੈਠਾ ਹੈ। ਇਸ ਸਰੀਰ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਵਿਚਾਰ ਨੇ। ਇਹ ਮੋਟਰਸਾਈਕਲ, ਇਹ ਗੱਡੀਆਂ, ਕਾਰਾਂ ਕਿੱਥੋਂ ਨਿਕਲੀਆਂ ਨੇ ਸਾਧ ਸੰਗਤ ਜੀ? ਸਰੀਰ ਦੇ ਵਿੱਚੋਂ। ਬੜਾ ਪਾਵਨ ਪਵਿੱਤਰ ਸਰੀਰ ਹੈ, ਕਿਉਂਕਿ ਦੁਨੀਆ ਦਾ ਮਾਲਕ ਇਸ ਦੇ ਵਿੱਚ ਬੈਠਾ ਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਅਪ ਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਸਾਧ ਸੰਗਤ ਜੀ ਜੋ ਆਪਣੇ ਸਰੀਰ ਦੇ ਨਾਲ ਜੁੜ ਜਾਂਦਾ ਹੈ ਨਾ, ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜ ਜਾਂਦਾ ਆ, ਉਸ ਨੂੰ ਫਿਰ ਕਿਸੇ ਆਸੇ ਪਾਸੇ ਭਟਕਣ ਦੀ ਲੋੜ ਨਹੀਂ ਜੇ ਪੈਂਦੀ। ਉਸ ਨੂੰ ਫਿਰ ਜਮਾਂ ਦਾ ਡਰ ਨਹੀਂ ਜੇ ਰਹਿੰਦਾ। ਅਬ ਮੋਹਿ ਜਮ ਡੰਡ ਨਾ ਲਾ ਗਈ ਤਜਲੇ ਸਰਬ ਜੰਜਾਲ। ਕਿ ਭਾਈ ਸੱਚ ਦੇ ਮਾਰਗ ਤੇ ਚੱਲਣ ਵਾਲੇ ਜਮਾਂ ਤੋਂ ਨਹੀਂ ਜੇ ਡਰਦੇ। ਤੇ ਕੌਣ ਡਰਦੇ ਨੇ ਸਾਧ ਸੰਗਤ ਜੀ? ਜੋ ਮਾੜੇ ਕਰਮ ਕਰਦੇ ਨੇ, ਜੋ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਕਰਾ ਕੇ ਮਾਰ ਰਹੇ ਨੇ, ਜੋ ਨਕਲੀ ਸਮਾਨ ਵੇਚਦੇ ਨੇ, ਠੱਗੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਨੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਜਬ ਕੁਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਤੇ ਆਓ ਸਾਧ ਸੰਗਤ ਜੀ, ਲਾਲਚ ਨਹੀਂ ਕਰਨਾ। ਤੇ ਕਿਉਂਕਿ ਇਹ ਜੋ ਸਰੀਰ ਹੈ ਨੇ ਬਾਰ-ਬਾਰ ਨਹੀਂ ਜੇ ਮਿਲਦਾ। ਬੜਾ ਪਾਵਨ ਪਵਿੱਤਰ ਸਰੀਰ ਹੈ। ਐਸੇ ਸਰੀਰ ਨੂੰ ਦੇਵੀ ਦੇਵਤਾ ਵੀ ਤਰਸਦੇ ਨੇ ਸਾਧ ਸੰਗਤ ਜੀ। ਇਸ ਦੇ ਹੀ ਕੋ ਸਿਮਰੈ ਦੇਵ। ਤੇ ਅਸੀਂ ਕੀ ਕਰ ਰਹੇ ਹਾਂ ਇਸ ਪਾਵਨ ਪਵਿੱਤਰ ਸਰੀਰ ਦੇ ਵਿੱਚ? ਕੋਈ ਸ਼ਰਾਬਾਂ ਪਾ ਰਿਹਾ ਆ, ਕੋਈ ਬੀੜੀ ਸਿਗਰਟ ਦਾ ਧੂਆਂ ਅੰਦਰ ਭੇਜ ਰਿਹਾ ਸਾਧ ਸੰਗਤ ਜੀ। ਅਲੱਗ-ਅਲੱਗ ਪ੍ਰਕਾਰ ਦੇ ਨਸ਼ੇ ਕਰ ਰਹੇ ਆ ਸਾਧ ਸੰਗਤ ਜੀ। ਜਿਵੇਂ ਕਿਸੇ ਮੰਦਿਰ ਦੇ ਵਿੱਚ ਅਸੀਂ ਜਾਈਏ, ਹੁਣ ਉਹ ਮੰਦਿਰ 'ਚ ਜਾਣ ਲਈ ਅਸੀਂ ਪਹਿਲਾਂ ਹੱਥ ਪੈਰ ਸਾਫ਼ ਕਰਦੇ ਹਾਂ। ਜੀਵ ਨਹਾ ਕੇ ਜਾਂਦਾ, ਬਿਨਾਂ ਨਹਾਏ ਮੰਦਿਰਾਂ 'ਚ ਨਹੀਂ ਜੇ ਜਾਂਦਾ, ਧਾਰਮਿਕ ਸਥਾਨਾਂ ਤੇ ਨਹੀਂ ਜੇ ਜਾਂਦਾ। ਪੈਰ ਸਾਫ਼ ਕਰਕੇ ਜਾਂਦਾ, ਹੱਥ ਧੋ ਕੇ ਜਾਂਦਾ। ਕਿਉਂ? ਕਿਉਂਕਿ ਉਹਨੂੰ ਲੱਗਦਾ ਉਹ ਪ੍ਰਮਾਤਮਾ ਦਾ ਘਰ ਹੈ। ਤੇ ਪਰ ਸਾਧ ਸੰਗਤ ਜੀ, ਜਿੱਥੇ ਪ੍ਰਮਾਤਮਾ ਬੈਠਾ ਆ, ਅਸੀਂ ਉਸ ਨੂੰ ਨਸ਼ੇ ਕਰ ਕਰਕੇ ਗੰਦਾ ਕਰ ਰਹੇ ਹਾਂ। ਇਸ ਸਰੀਰ ਨੂੰ ਸਾਧ ਸੰਗਤ ਜੀ ਉਸ ਪਰਮ ਪਿਤਾ ਪ੍ਰਮਾਤਮਾ ਨੇ ਨਿਵਾਜਿਆ ਆ। ਤੇ ਆਓ ਇਹ ਬੜਾ ਪਾਵਨ ਪਵਿੱਤਰ ਸਰੀਰ ਹੈ। ਅਸੀਂ ਨਸ਼ਿਆਂ ਤੋਂ, ਲਾਲਚ ਤੋਂ, ਵਹਿਮ ਭਰਮ ਅਡੰਬਰ ਤੋਂ ਬਚ ਕੇ ਇਸ ਸਰੀਰ ਦੀ ਸੰਭਾਲ ਕਰੀਏ, ਤਾਂ ਜੋ ਸਾਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ। ਸੋ ਸਾਧ ਸੰਗਤ ਜੀ, ਪੂਰੇ ਵਿਸ਼ਵ ਦੇ ਵਿੱਚ ਸਤਿਗੁਰਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਤੇ ਵਡਕਰਮਾਂ ਵਾਲਿਆਂ ਕੇ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਆਪਾਂ ਵੀ ਸਤਿਗੁਰਾਂ ਦੀ ਗੁਰਮਤਿ ਵਿਚਾਰਾ ਕਰ ਰਹੇ ਹਾਂ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇੱਕ ਵਾਰ ਫੇਰ ਬੇਨਤੀ ਭਾਈ, ਕੱਲੇ ਪੂਜਨ ਦੇ ਨਾਲ ਜਨਮ ਦਿਨ ਨਹੀਂ ਜੇ ਮਨਾਇਆ ਜਾਂਦਾ। ਕੱਲੀ ਸਤਿਗੁਰਾਂ ਦੀ ਪੂਜਾ ਨਹੀਂ ਜੇ ਕਰਨੀ, ਉਹਨਾਂ ਨੂੰ ਪੜ੍ਹਨਾ ਆ। ਉਹਨਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹੀਏ, ਉਹਨਾਂ ਦੇ ਅਰਥਾਂ ਨੂੰ ਸਮਝੀਏ ਸਾਧ ਸੰਗਤ ਜੀ, ਤੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਤੇ ਸਤਿਗੁਰ ਜੀ ਸਾਨੂੰ ਕੋਈ ਵਹਿਮਾਂ ਭਰਮਾਂ 'ਚ ਨਹੀਂ ਜੀ ਪਾ ਰਹੇ। ਨਾ ਸਾਡੇ ਤੋਂ ਪੈਸੇ ਮੰਗਦੇ ਨੇ ਸਾਧ ਸੰਗਤ ਜੀ, ਨਾ ਸਾਡੇ ਤੋਂ ਸਮਾਂ ਮੰਗਦੇ ਨੇ, ਨਾ ਸਾਡੇ ਤੋਂ ਜ਼ਮੀਨ ਜਾਇਦਾਦ ਮੰਗਦੇ ਨੇ। ਕੀ ਮੰਗਦੇ ਨੇ ਸਾਧ ਸੰਗਤ ਜੀ? ਸ਼ਰਧਾ। ਉਹਨਾਂ ਨੇ ਸਾਨੂੰ ਕੋਈ ਕੰਮਕਾਰ ਛੱਡਣ ਵਾਸਤੇ ਨਹੀਂ ਕਿਹਾ। ਸਤਿਗੁਰ ਜੀ ਫਰਮਾਉਂਦੇ, ਭਾਈ ਆਪਣਾ ਕੰਮਕਾਰ ਕਰੋ, ਜ਼ਿੰਮੇਵਾਰੀਆਂ ਨਿਭਾਓ, ਜੋ ਕੰਮ ਕਰਦੇ ਹੋ ਕਰੋ, ਪਰ ਨਾਲ ਨਾਲ ਸੱਚ ਦਾ ਮਾਰਗ ਨਹੀਂ ਜੇ ਛੱਡਣਾ। ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਓ, ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ। ਸਾਰੀ ਦੁਨੀਆ ਦਾ ਮਾਲਕ ਆਪ ਨੂੰ ਅੰਦਰੋਂ ਹੀ ਮਿਲ ਜਾਣਾ ਸਾਧ ਸੰਗਤ ਜੀ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਧਰਮ ਹੈ। ਅਗਲਾ ਜੋ ਵਿਚਾਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਅਸੀਂ ਐਸਾ ਰਾਜ ਲੈ ਕੇ ਆਣਾ ਆ ਜਿਸ ਦੇ ਵਿੱਚ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ। ਜਦੋਂ ਅਸੀਂ ਅੰਦਰੋਂ ਪ੍ਰਮਾਤਮਾ ਦੀ ਖੋਜ ਕਰਾਂਗੇ, ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਚੋਂ ਨਿਕਲਾਂਗੇ ਨਾ ਸਾਧ ਸੰਗਤ ਜੀ, ਫਿਰ ਏਕੇ ਦੀ ਗੱਲ ਕਰਦੇ ਨੇ ਸਾਧ ਸੰਗਤ ਜੀ। ਕਿਉਂਕਿ ਜਿਨ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਦਵੈਸ਼ ਹੈ, ਊਚ ਨੀਚ ਦੀ ਭਾਵਨਾ, ਕਦੇ ਇਕੱਠੇ ਨਹੀਂ ਜੀ ਹੋ ਸਕਦੇ। ਸਤਿਗੁਰ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਕਿ ਸਾਧ ਸੰਗਤ ਜੀ ਐਸਾ ਰਾਜ ਲੈ ਕੇ ਆਓ, ਆਪਾਂ ਐਸਾ ਰਾਜ ਵਸਾਈਏ ਜਿੱਥੇ ਜਿਵੇਂ ਪ੍ਰਮਾਤਮਾ ਦੇ ਦਰਬਾਰ 'ਚ ਕੋਈ ਵੱਡਾ ਛੋਟਾ ਨਹੀਂ ਜੀ ਹੁੰਦਾ ਨਾ। ਤੇ ਅਸੀਂ ਵੀ ਇਸ ਸੰਸਾਰ ਦੇ ਵਿੱਚ ਐਸਾ ਬੇਗੁੰਪਰਾ ਵਸਾਈਏ, ਐਸਾ ਰਾਜ ਲੈ ਕੇ ਆਈਏ ਕਿ ਭਾਈ ਜਿੱਥੇ ਸਭ ਬਰਾਬਰ ਹੋਣ, ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ। ਅੱਜ ਵੀ ਸਾਧ ਸੰਗਤ ਜੀ, ਇੰਨੇ 100 ਸਾਲ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਏ, ਅੱਜ ਵੀ ਕਈ ਸਥਾਨਾਂ ਤੇ ਜਾਤਾਂ ਪਾਤਾਂ ਚੱਲਦੀਆਂ ਨੇ, ਊਚ ਨੀਚ ਦੀ ਭੇਦਭਾਵ ਹੁੰਦਾ ਹੈ ਸਾਧ ਸੰਗਤ ਜੀ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹਨਾਂ ਚੋਂ ਜਦੋਂ ਤੱਕ ਅਸੀਂ ਬਾਹਰ ਨਹੀਂ ਜੇ ਨਿਕਲਦੇ, ਜਦੋਂ ਤੱਕ ਜੀਵਾਂ ਦੇ ਮਨ 'ਚ ਊਚ ਨੀਚ ਦੀ ਭਾਵਨਾ ਖਤਮ ਨਹੀਂ ਜੇ ਹੁੰਦੀ, ਸਮਾਜ ਦੇ ਵਿੱਚ ਸਮਾਨਤਾ ਨਹੀਂ ਆਉਂਦੀ, ਉਹ ਬੇਗੁੰਪਰਾ ਨਹੀਂ ਜੇ ਵਸਦਾ। ਬੇਗੁੰਪਰਾ ਕਦੋਂ ਵਸੇਗਾ ਸਾਧ ਸੰਗਤ ਜੀ? ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਾਂਗੇ,
ਉਹਨਾਂ ਨੂੰ ਸੱਚ ਦੇ ਮਾਰਗ ਤੇ ਤੋਰਾਂਗੇ। ਉਹਨਾਂ ਨੂੰ ਵਹਿਮਾਂ ਭਰਮਾਂ ਡੰਬਰਾਂ ਜਾਤਾਂ ਪਾਤਾਂ ਚੋਂ ਇੰਨੀ ਊਚ ਨੀਚ ਦੀ ਭਾਵਨਾ ਚੋਂ ਬਾਹਰ ਕੱਢ ਕੇ ਇਹ ਸਿਖਾਵਾਂਗੇ ਭਾਈ ਅਸੀਂ ਸਭ ਪ੍ਰਮਾਤਮਾ ਦੇ ਬੱਚੇ ਹਾਂ। ਕੋਈ ਐਸਾ ਜੀਵ ਨਹੀਂ ਹੈ ਸਾਧ ਸੰਗਤ ਜੀ ਜਿਸ ਦੇ ਅੰਦਰ ਪ੍ਰਮਾਤਮਾ ਨਾ ਹੋਵੇ, ਫੇਰ ਇਹ ਜੋ ਬੇਗਮਪੁਰਾ ਸਾਡਾ ਵਸ ਸਕਦਾ ਹੈ। ਇਹ ਜੋ ਵਿਚਾਰ ਹੈ ਸਾਧ ਸੰਗਤ ਜੀ ਮੇਰੇ ਨਹੀਂ ਹੈ, ਇਹ ਜਿੰਨੇ ਵਿਚਾਰ ਆਪਾਂ ਅੱਜ ਕਰ ਰਹੇ ਹਾਂ ਇਹ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਸਿਖਾਉਂਦੀ ਹੈ। ਅੰਮ੍ਰਿਤ ਬਾਣੀ ਸਾਨੂੰ ਗਾਈਡ ਕਰਦੀ ਹੈ, ਅੰਮ੍ਰਿਤ ਬਾਣੀ ਸਾਨੂੰ ਸਾਡਾ ਜੋ ਮਾਰਗਦਰਸ਼ਕ ਕਰਦੀ ਹੈ। ਤੇ ਇਹ ਅੰਮ੍ਰਿਤ ਬਾਣੀ ਨਹੀਂ ਹੈ, ਇਹ ਖੁਦ ਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ ਵਿੱਚ ਵਿਰਾਜਮਾਨ ਨੇ, ਜੋ ਸਾਡਾ ਮਾਰਗਦਰਸ਼ਕ ਨੇ, ਜੋ ਸਾਨੂੰ ਅਗਲਾ ਰਸਤਾ ਦਿਖਾ ਰਹੇ ਨੇ। ਸਾਧ ਸੰਗਤ ਜੀ ਅਗਲਾ ਉਪਦੇਸ਼ ਜੋ ਸਾਧ ਸੰਗਤ ਜੀ ਸਤਿਗੁਰਾਂ ਦਾ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਾਓ ਸਾਧ ਸੰਗਤ ਜੀ, ਤਾਂ ਜੋ ਸੰਸਾਰ 'ਚ ਤਰੱਕੀਆਂ ਮਾਣਨ। ਤੇ ਬਹੁਤੇ ਜੀ ਮੈਂ ਦੇਖੇ ਨੇ ਸਾਧ ਸੰਗਤ ਜੀ ਦਿਹਾੜੀ ਮਜ਼ਦੂਰੀ ਬੜੀ ਮਿਹਨਤ ਕਰਦੇ ਨੇ, ਪਰ ਬੱਚਾ ਵੱਲ ਧਿਆਨ ਨਹੀਂ। ਤੇ ਸਾਧ ਸੰਗਤ ਜੀ ਸਾਡੀ ਮਿਹਨਤ ਕਰਨ ਦਾ ਕੀ ਫਾਇਦਾ ਜੇ ਅਸੀਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਦਿੰਦੇ। ਮਿਹਨਤ ਦਾ ਪੈਸਾ ਸਾਧ ਸੰਗਤ ਜੀ ਅਸੀਂ ਜੇਕਰ ਉਹਨਾਂ ਦੀ ਪੜ੍ਹਾਈ ਦੇ ਉੱਪਰ ਲਗਾਉਂਦੇ ਆ ਤਾਂ ਸਾਨੂੰ ਉਸ ਦਾ ਨਤੀਜਾ ਵੀ ਚੰਗਾ ਮਿਲੇਗਾ। ਬਹੁਤੇ ਕਰਨੇ ਸਾਧ ਸੰਗਤ ਜੀ ਜੋ ਮਿਹਨਤ ਕਰਦੇ ਨੇ, ਦਿਹਾੜੀਆਂ ਕਰਦੇ ਨੇ, ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਤੇ ਬੱਚੇ ਉਹਨਾਂ ਦੇ ਸਾਧ ਸੰਗਤ ਜੀ ਆਫੀਸਰ ਬਣਦੇ ਨੇ, ਵੱਡੇ ਵੱਡੇ ਅਹੁਦਿਆਂ ਤੇ ਜਾਂਦੇ ਨੇ, ਉਹਨਾਂ ਦੀ ਗਰੀਬੀ ਦੂਰ ਹੁੰਦੀ ਹੈ ਤੇ ਸਮਾਜ ਦੇ ਵਿੱਚ ਉਹ ਤਰੱਕੀ ਕਰਦੇ ਨੇ। ਇਸ ਲਈ ਸਾਧ ਸੰਗਤ ਜੀ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਧਿਆਨ ਰੱਖੋ, ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ। ਚਾਹੇ ਅਸੀਂ ਦੂਸਰੇ ਜੋ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੇ ਖਰਚਾ ਕਰਦੇ ਆ ਨਾ, ਉਸ ਖਰਚੇ ਨੂੰ ਘੱਟ ਕਰੀਏ, ਆਪਣੇ ਬੱਚਿਆਂ ਤੇ ਇਨਵੈਸਟ ਕਰੀਏ। ਇਹ ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਜੀ। ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਹੀ ਪੜ੍ਹੋ, ਤੇ ਸਤਿਗੁਰੂ ਜੀ ਵੀ ਸਾਨੂੰ ਸਮਝਾਉਂਦੇ ਨੇ ਭਾਈ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ। ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਜ਼ਰੂਰੀ ਹੈ, ਨਾਲ ਨਾਲ ਸਾਧ ਸੰਗਤ ਜੀ ਸਾਨੂੰ ਗੁਰਬਾਣੀ ਦਾ ਗਿਆਨ ਵੀ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ ਪਰ ਵਹਿਮਾਂ ਭਰਮਾਂ ਦੇ ਸ਼ਿਕਾਰ ਰਹਿਣ। ਬਹੁਤੇ ਜੀਵ ਨਹੀਂ ਐਸੇ ਸਾਧ ਸੰਗਤ ਜੀ ਜੋ ਪੜ੍ਹ ਲਿਖ ਗਏ ਨੇ ਪਰ ਵਹਿਮ ਭਰਮ 'ਚ ਫਸੇ ਹੋਏ। ਸੋ ਆਓ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਐਸੇ ਤਰ੍ਹਾਂ ਸਾਧ ਸੰਗਤ ਜੀ ਸਭ ਨੂੰ ਜੋੜੀ ਰੱਖਣ, ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਬਚਾ ਕੇ ਅਸੀਂ ਸੱਚ ਦੇ ਮਾਰਗ ਤੇ ਚੱਲੀਏ। ਸਾਧ ਸੰਗਤ ਜੀ ਕਿਆ ਤੂੰ ਸੋਇਆ ਜਾਗਿਆ ਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਹੋਕਾ ਦੇ ਕੇ ਗਏ ਨੇ ਸਾਧ ਸੰਗਤ ਜੀ ਕਿ ਭਾਈ ਅਸੀਂ ਅਗਿਆਨਤਾ ਦੀ ਜੋ ਨੀਂਦ ਹੈ ਉਸ ਤੋਂ ਉੱਠੀਏ ਤੇ ਆਪਣੇ ਜੀਵਨ ਨੂੰ ਸੱਚ ਕਰੀਏ। ਤੇ ਅਸੀਂ ਜਿੰਨੇ ਵੀ ਜੀਵ ਇੱਥੇ ਧਰਤੀ ਤੇ ਪੈਦਾ ਹੋਏ ਹਾਂ ਆਪਣੇ ਜੀਵਨ ਨੂੰ ਸੱਚ ਕਰਨ ਵਾਸਤੇ ਹੀ ਆਏ ਹਾਂ। ਤੇ ਸੱਚ ਹੋਵੇਗਾ ਕਿਵੇਂ? ਸੱਚੇ ਗੁਰੂ ਦੇ ਨਾਲ। ਤੇ ਸੱਚਾ ਗੁਰੂ ਜਦੋਂ ਉਪਦੇਸ਼ ਦੇਵੇ ਨਾ ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚ ਸਾਨੂੰ ਉਪਦੇਸ਼ ਦੇ ਰਹੇ ਨੇ, ਅਸੀਂ ਉਹਨੂੰ ਪੜ੍ਹੀਏ, ਅਰਥਾਂ ਨੂੰ ਸਮਝੀਏ ਤੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਫੇਰ ਹੀ ਸਾਧ ਸੰਗਤ ਜੀ ਫਾਇਦਾ ਹੈ ਗੁਰੂਆਂ ਦੇ ਜਨਮ ਦਿਨ ਮਨਾਉਣ ਦਾ। ਤੇ ਫੇਰ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਸੰਨ ਹੋਣਗੇ ਕਿ ਭਾਈ ਮੇਰੇ ਬੱਚੇ ਮੇਰੀ ਗੱਲ ਮੰਨਦੇ ਨੇ, ਮੇਰੇ ਬੱਚੇ ਜੋ ਮੈਂ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚ ਲਿਖ ਕੇ ਗਿਆ ਆ ਉਹਨਾਂ ਨੂੰ ਮੰਨਦੇ ਨੇ। ਕੱਲਾ ਪੂਜਣਾ ਨਹੀਂ ਹੈ ਸਾਧ ਸੰਗਤ ਜੀ। ਚੰਗੀ ਗੱਲ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਦੇ ਹੋ, ਚੰਗੀ ਗੱਲ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਪੜ੍ਹਦੇ ਹੋ, ਪਰ ਉਸ ਤੇ ਚੱਲਣਾ ਵੀ ਹੈ ਸਾਧ ਸੰਗਤ ਜੀ। ਫੇਰ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਸੰਨ ਹੋਣਗੇ ਸਾਧ ਸੰਗਤ ਜੀ। ਤੇ ਜਗਤ ਵੀ ਕਹੇਗਾ ਕਿ ਭਾਈ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਬੱਚੇ ਨੇ, ਜੋ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਚੋਂ ਨਿਕਲ ਕੇ ਜੋ ਵਿਚਾਰਧਾਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ ਉਸ ਤੇ ਚੱਲਦੇ ਨੇ। ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਜਮਪੁਰ ਜਾਏਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ।
ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।